वाहिगुरू जी का खालसा वाहिगुरू जी की फतेह। कुछ अहम जानकारियाँ बाबा सुखा सिंह जी ने मैनू दसियाँ कि इत्थे दी जो लोकल संगतां ने बच्चे ने उन्होंने किस तरह इस मोर्चे में सहयोग दे रहे आ ਜਿਹੜੇ लोकल पिंडां दे वसनीक ने। सो बाबा जी तुसीं ਜਿਹੜੀ ਮੈਨੂੰ ਗੱਲ दसी है छोटे छोटे बच्चों की वो गल सुनाओ संगतां तक साझी करो। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਆਪ ਸਾਰੇ ਵੀਰਾਂ ਨੂੰ ਦੱਸਣਾ ਚਾਹੁੰਦਾ ਹਾਂ ਵੀ ਸਭ ਤੋਂ ਪਹਿਲਾਂ ਜਿਹੜੀ ਇੱਥੋਂ ਦੀ ਬਾਕਸਰ ਕੋਚ ਆ ਉਹ ਇੱਥੇ ਆਈ ਆ। ਦੁੱਧ ਘਿਓ ਲੱਸੀ ਸਾਡੇ ਸੰਗਤਾਂ ਤੇ ਇੱਥੇ ਲੈ ਕੇ ਆਈ ਆ। ਫਿਰ ਉਹਨੂੰ ਉਸ ਚੀਜ਼ ਨੂੰ ਬੱਚਿਆਂ ਨੇ ਕਿਤੇ YouTube ਤੇ ਵੇਖ ਕੇ ਉਹ ਬੱਚੇ ਫਿਰ ਇੱਥੇ 10 ਸਾਲਾਂ ਦੇ ਬੱਚੇ ਉਹਨਾਂ ਨੇ ਪਿੰਡਾਂ ਦੇ ਵਿੱਚੋਂ ਪੁੱਛਿਆ ਵੀ ਬੱਚੇ ਤੁਸੀਂ ਕਿੱਥੇ ਆਏ ਜੇ। ਇੱਥੇ ਹੋਟਲ ਤੇ ਲਾਗੇ ਕੁਛ ਪਿੰਡ ਆ ਉੱਥੋਂ ਬੱਚੇ ਆਏ 10 ਸਾਲਾਂ ਦੇ। ਉਹਨਾਂ ਨੇ 15,000 ਰੁਪਏ ਇਕੱਠਾ ਕਰਕੇ ਲੈ ਕੇ ਆਂਦਾ। ਅਸੀਂ ਪੁੱਛਿਆ ਵੀ ਕਿੰਨੇ ਘਰਾਂ 'ਚ, ਉਹ ਕਹਿੰਦੇ ਵੀ सरदार जी हमने 250 घरों से ये चंदा इकट्ठा किया है। 50 रुपये किसी ने दिते, किसी ने 100 दिता, किसी ने 500 दिता। वो 15,000 रुपया लैके इत्थे आए आ भी तुसीं किन्ने दिनां दे इत्थे किसान जिहड़े आ भी लोकां नूं प्रशादा पानी छकाउण डए जो। उन्होंने इत्थे लिया के सानूं दिता ते बाबा जी उन्होंने बेनती की भी तुसीं पैसा ना सानूं दो। उन्होंने फिर सानूं उत्थों रिफाइंड दे टीन लिया के लंगर आस दिते आ। मैं वीरां नूं दसना चाहुंदा हाँ भी जो छोटे छोटे बच्चे ने हरियाणे दे वो भी इस अंदोलन दे विच इस चीज़ तो उन्होंने जागरूकता हो चुकी आ भी ये जिहड़ा अंदोलन आ आउण वाले समय दे विच ਅੱਜ ਜੇ ਅਸੀਂ ਇਸ ਅੰਦੋਲਨ ਦੇ ਵਿੱਚ ਸ਼ਾਮਲ ਹੋਵਾਂਗੇ ਤੇ ਸਾਨੂੰ ਜਿਹੜੀਆਂ ਜ਼ਮੀਨਾਂ ਸਾਡੀਆਂ ਜਾਇਦਾਦਾਂ ਵਾ ਉਹ ਸਾਨੂੰ ਮਿਲ ਜਾਣਗੀਆਂ, ਨਹੀਂ ਤੇ ਇਹ ਸਾਰੀਆਂ ਜੋ ਜ਼ਮੀਨ ਜਾਇਦਾਦਾਂ ਇਹ ਕਾਰਪੋਰੇਟ ਘਰਾਂ ਦੇ ਕੋਲ ਚਲੇ ਜਾਣਗੀਆਂ। ਸੋ ਬਾਬਾ ਜੀ ਨੇ ਆਪ ਜੀਆਂ ਨੂੰ ਜਾਣਕਾਰੀ ਦਿੱਤੀ ਕਿ ਬੱਚਾ ਬੱਚਾ ਜਾਗ ਪਿਆ ਹੈ। ਸੋ ਜਿੱਥੇ ਤੱਕ ਇਹ ਗੱਲ ਜਾਂਦੀ ਹੈ ਬੱਚਿਆਂ ਦੇ ਵਿੱਚ ਕਿੰਨਾ ਉਤਸ਼ਾਹ ਆਇਆ ਕਿ ਉਹਨਾਂ ਨੇ ਘਰ ਘਰ ਜਾ ਕੇ ਚੰਦਾ ਇਕੱਠਾ ਕਰਕੇ ਇੱਥੇ ਆਪਣਾ ਹਿੱਸਾ ਪਾਉਣ ਵਾਸਤੇ ਆਏ। ਸੋ ਇਸੇ ਤਰ੍ਹਾਂ ਬਾਬਾ ਜੀ ਨੇ ਦੱਸਿਆ ਵੀ ਇਹ ਜੋ ਥਾਲ ਨੇ ਡਿਸਪੋਜ਼ੇਬਲ ਇਹ ਵੀ ਹਰਿਆਣੇ ਦੇ ਕੋਈ ਜਾਟ ਜ਼ਿਮੀਂਦਾਰ ਨੇ। ਇਹ ਜੀ ਆਪਣੇ ਹਰਿਆਣੇ ਦੇ ਜਾਟ ਆ ਇਹ ਸੰਧੂ ਜਿਨ੍ਹਾਂ ਦਾ ਪੁਰਾਣਾ ਪਿੰਡ उन्होंने अपनी भाषा जी तो बोले भी हम भी वहाँ आपके पंजाब के सरियाली के रहने वाले हैं। काफ़ी टाइम तो फिर हरियाणे जान के वस गए। उन्होंने कोई 4 लाख के करीब रस्ता एक पूरा ट्रक भर के लिया के बाबा सेवा सिंह जी कार सेवा खडूर साहब वालिਆਂ ਦੇ ਲੰਗਰ ਦੇ ਵਿੱਚ ਹਿੱਸਾ ਪਾਇਆ ਔਰ ਸੰਗਤਾਂ ਵੀ ਹਿੱਸਾ ਪਾ ਰਹੀਆਂ। ਫਿਰ ਇੱਥੇ ਜੋ ਪਲਵਲ ਦਾ ਵਕੀਲ ਐਸੋਸੀਏਸ਼ਨ ਆ ਉਹਦੇ ਪ੍ਰਧਾਨ ਆ ਜਿਹੜੇ ਉਹ ਵੀ ਆਪਣਾ ਪੂਰਾ ਸਮਰਥਨ ਇੱਥੇ ਦੇ ਕੇ ਗਏ ਆ। ਫਿਰ ਜੋ ਇੱਥੋਂ ਦੇ ਗਦਾਵਰ ਨੇਤਾ ਦਲਾਲ ਜੀ ਉਹ ਵੀ ਇੱਥੇ ਕਿਸਾਨਾਂ ਦੇ ਵਿੱਚ ਆਏ ਆ ਵੀ ਤੁਹਾਨੂੰ ਕਿਸੇ ਤਰ੍ਹਾਂ ਦੀ ਵੀ ਕੋਈ ਮੁਸ਼ਕਿਲ ਆ, ਕੋਈ ਪੁਲਿਸ ਪ੍ਰਸ਼ਾਸਨ ਤੁਹਾਨੂੰ ਤੰਗ ਕਰਦਾ ਵਾ, ਤੁਸੀਂ ਸਾਨੂੰ ਜਿਸ ਟਾਈਮ ਵੀ ਆਵਾਜ਼ ਮਾਰੋਗੇ ਅਸੀਂ ਤੁਹਾਡੇ ਨਾਲ ਖਲੋਤੇ ਹਾਂ। ਕਿਉਂਕਿ ਜਦੋਂ ਕਿਸਾਨਾਂ ਨੇ ਇੱਥੇ ਆਣ ਕੇ ਮੋਰਚਾ ਲਾਇਆ ਤੇ ਜਿਹੜੇ ਇੱਥੋਂ ਦੇ ਕੋਈ 4-5 ਸਰਪੰਚ ਸੀ ਬੀਜੇਪੀ ਦੇ ਉਹਨਾਂ ਨੇ ਕਿਸਾਨਾਂ ਨੂੰ ਪਰੇਸ਼ਾਨ ਕੀਤਾ। ਉਹਨਾਂ ਨੇ ਫਿਰ ਉਹਨਾਂ ਨੂੰ ਸਾਫ਼ ਤੌਰ 'ਤੇ ਇੱਥੇ 2 ਦਿਨ ਪਹਿਲਾਂ ਆਣ ਕੇ ਉਹਨਾਂ ਨੂੰ ਧਮਕੀ ਦਿੱਤੀ ਵੀ ਕਿਸਾਨਾਂ ਭਰਾਵਾਂ ਨੂੰ ਅਗਰ ਕਿਸੇ ਨੇ ਤੰਗ ਕੀਤਾ ਤੇ ਉਹ ਆਪਣਾ ਸੋਚ ਲੈਣ, ਇਹ ਅੰਦੋਲਨ ਕਿਸਾਨਾਂ ਦਾ ਵਾ, ਇਹ ਪਾਰਟੀ ਦਾ ਨੀਗਾ। ਉਸ ਤੋਂ ਬਾਅਦ ਉਹਨਾਂ ਨੇ ਕਿਹਾ ਜੋ ਵੀ ਤੁਹਾਨੂੰ ਕਿਸੇ ਚੀਜ਼ ਦੀ ਜ਼ਰੂਰਤ ਆ। ਫਿਰ ਇੱਥੋਂ ਦੇ ਜਿਹੜੀ ਮੰਡੀ ਯੂਨੀਅਨ ਆ ਆੜ੍ਹਤੀਆ ਯੂਨੀਅਨ ਦੇ ਜਿਹੜੇ ਪ੍ਰਧਾਨ ਉਹਨਾਂ ਨੇ ਵੀ ਆਣ ਕੇ ਸਾਨੂੰ ਇੱਥੇ ਸਮਰਥਨ ਦਿੱਤਾ ਵੀ ਜਿਸ ਚੀਜ਼ ਦੀ ਵੀ ਤੁਹਾਨੂੰ ਜ਼ਰੂਰਤ ਆ ਉਹ ਸਾਨੂੰ ਦੱਸੋ, ਅਸੀਂ ਤੁਹਾਡੀ ਹਰ ਤਰ੍ਹਾਂ ਦੀ ਮਦਦ ਕਰਾਂਗੇ। ਭਰਾਵੋ ਵੱਧ ਤੋਂ ਵੱਧ ਜਿੰਨਾ ਵੀ ਤੁਹਾਡਾ ਇੱਥੇ ਆਣ ਕੇ ਜਿਹੜਾ ਮੱਧ ਪ੍ਰਦੇਸ਼ ਦੇ ਵੀਰਾਂ ਨੇ ਡਵਰਾ ਪਿੰਡ ਮਰੈਨਾ ਇਹ ਜਿਹੜਾ ਕਿਸਾਨ ਆਣ ਕੇ ਬੈਠੇ ਨਰਿੰਦਰ ਸਿੰਘ ਤੋਮਰ ਜੋ ਕ੍ਰਿਸ਼ੀ ਮੰਤਰੀ ਆ ਉੱਥੋਂ ਦੇ ਕਿਸਾਨ ਆਣ ਕੇ ਬੈਠੇ ਆ ਔਰ ਕ੍ਰਿਸ਼ੀ ਮੰਤਰੀ ਦੇ ਘਰ ਦਾ ਵੀ ਸਾਡੇ ਕਿਸਾਨਾਂ ਨੇ ਮੱਧ ਪ੍ਰਦੇਸ਼ ਦੇ ਵਿੱਚ ਘਿਰਾਓ ਕੀਤਾ। ਜੋ 8 ਤਰੀਕ ਦਾ ਬੰਦ ਦੱਸਿਆ ਗਿਆ ਸੀ ਪੂਰੇ ਮੱਧ ਪ੍ਰਦੇਸ਼ ਦੇ ਵਿੱਚ ਕਿਸਾਨਾਂ ਨੇ ਆਪਣੀਆਂ ਕੰਬਾਈਨਾਂ ਲੈ ਕੇ ਟਰੈਕਟਰ ਟਰਾਲੀਆਂ ਲੈ ਕੇ ਬਿਲਕੁਲ ਮੱਧ ਪ੍ਰਦੇਸ਼ ਨੂੰ ਜਾਮ ਕੀਤਾ। ਜੋ ਮਤਲਬ ਕਿ ਅੰਦੋਲਨ ਆ ਬਿਲਕੁਲ ਉਹ ਸ਼ਾਂਤੀਪੂਰਵਕ ਚੱਲਣ ਰਿਹਾ ਵਾ ਔਰ ਗੁਰੂ ਕਿਰਪਾ ਕਰੇ ਇਸ ਅੰਦੋਲਨ ਦੇ ਵਿੱਚ ਸਾਨੂੰ ਜਿੱਤ ਪ੍ਰਾਪਤ ਹੋਵੇ। ਜਿੱਤ ਤੇ ਗੁਰੂ ਸਾਹਿਬ ਨੇ ਕਰਨੀ ਕਿਉਂਕਿ ਹਰ ਥਾਂ ਤੇ ਸਿੱਖਾਂ ਵੱਲੋਂ ਸਾਰੇ ਧਰਮਾਂ ਵੱਲੋਂ ਅਰਦਾਸ ਬੇਨਤੀਆਂ ਕੀਤੀਆਂ ਜਾਂਦੀਆਂ ਹਨ। ਔਰ ਮੈਂ ਵਿਸ਼ੇਸ਼ ਤੌਰ ਤੇ ਭਾਈ ਰਣਧੀਰ ਸਿੰਘ ਜੀ ਜੋ ਇੰਗਲੈਂਡ ਤੋਂ ਚੱਲ ਕੇ ਕਿਸਾਨਾਂ ਦੀ ਆਵਾਜ਼ ਦੇਸ਼ ਵਿਦੇਸ਼ ਵਿੱਚ ਦੱਸਣ ਵਾਸਤੇ ਆਏ ਹੈ। ਅਸੀਂ ਸਾਰੇ ਵੀ ਕਾਰ ਸੇਵਾ ਵਾਲੇ ਮਹਾਂਪੁਰਖਾਂ ਵੱਲੋਂ ਤੇ ਸੰਗਤ TV ਚੈਨਲ ਵਾਲਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਸੋ ਭਾਈਓ ਭੈਣੋ ਵੀਰੋ ਭਰਾਵੋ ਮਾਤਾਓ, ਮੈਂ ਦਿੱਲੀ ਹਿੰਦੁਸਤਾਨ ਤੁਹਾਡਾ ਦੇਣਾ ਨਹੀਂ ਦੇ ਸਕਦੇ। ਤੁਸੀਂ ਸਾਨੂੰ ਖਾਣਾ ਦਿੱਤਾ, ਤੁਸੀਂ ਸਾਨੂੰ ਪੀਣਾ ਦਿੱਤਾ, ਅੱਜ ਤੁਸੀਂ ਸਾਨੂੰ ਰੂਹ ਦੀ ਖੁਰਾਕ ਦਿੱਤੀ। ਅੱਜ ਤੁਸੀਂ ਉਹ ਹਿੰਦੁਸਤਾਨ ਜਿਸ ਦੀ ਨੀਂਹ ਸੰਘਵਾਦ ਦੇ ਉੱਤੇ ਖੜੀ ਕੀਤੀ ਗਈ ਸੀ, ਜਿਹੜੀ ਇਮਾਰਤ ਸੰਘਵਾਦ ਉੱਤੇ ਖੜੀ ਕੀਤੀ ਗਈ ਸੀ, ਜਿਹੜਾ ਫੈਡਰਲਿਜ਼ਮ ਜਿਹੜਾ ਨੀਂਹ ਪੱਥਰ ਸੀ, ਤੁਸੀਂ ਅੱਜ ਉਸ ਨੂੰ ਫਿਰ ਨਵੇਂ ਸਿਰਿਓਂ ਉਹਦੇ ਉੱਤੋਂ ਮਿੱਟੀ ਘਟਾ ਝਾੜ ਕੇ ਉਹਨੂੰ ਫਿਰ ਨਵਾਂ ਨਰੋਆ ਕਰਤਾ ਸ਼ਹਿਰ ਹੈ। ਇਹਦੀਆਂ ਆਂਦਰਾਂ ਤੁਹਾਡੇ ਨਾਲ ਜੁੜੀਆਂ। ਤੁਹਾਡਾ ਤੁਸੀਂ ਇੱਥੇ ਆਏ, ਤੁਹਾਡਾ ਧੰਨਵਾਦ। ਤੁਹਾਡਾ ਉਹ ਆਪਣੀ ਕਿਰਪਾਲਤਾ ਨਾਲ ਦਿਖਾਵੇਗਾ। ਅਲੀ ਮੇਜ ਦਾਸ ਪ੍ਰਧਾਨ ਐਸਯੂ ਦਿੱਲੀ। ਦੋਸਤੋ ਪਹਿਲਾਂ ਜਦੋਂ ਤੱਕ ਉਹ ਨਹੀਂ ਆਉਂਦੇ ਕੁਝ ਸੂਚਨਾਵਾਂ ਆ। ਮਨਦੀਪ ਸਿੰਘ ਪਿੰਡ ਕਮਾਲਪੁਰਾ ਤੋਂ, ਜ਼ਿਲ੍ਹਾ ਲੁਧਿਆਣਾ ਤੋਂ, ਉਹਨਾਂ ਦਾ ਬਟੂਆ ਡਿੱਗ ਪਿਆ। ਉਹਨਾਂ ਦਾ ਫੋਨ ਨੰਬਰ ਹੈਗਾ 9955 640008। ਆਇਆ ਉਹਨਾਂ ਦੇ ਸਮਾਜਨ ਤੋਂ ਉਹ ਸੇਵਾ ਪਾਉਂਦੇ ਆ, ਕਹਿੰਦੇ ਸਾਰਾ ਤੇ ਬਾਕੀਆਂ ਵੀ ਲੈਂਦੇ ਆ ਰਿਹਾ ਅਤੇ ਚੌਕ ਡਾਕਟਰ ਸਰਕਾਰ ਦੇ ਲਈ ਆਪਣਾ ਬਟਵਾਰਾ ਯੋਗਦਾਨ ਪਾਇਆ। ਉਸ ਤੋਂ ਬਾਅਦ ਜਿਹੜਾ ਪਰਿਵਾਰਾਂ ਦੇ ਮੈਂਬਰ ਇਸ ਸੰਘਰਸ਼ ਦੇ ਵਿੱਚ ਸ਼ਹੀਦ ਹੋਏ। ਬਾਬਾ ਜੀ ਨੂੰ ਦੱਸਿਓ ਵੀ ਰਣਧੀਰ ਸਿੰਘ ਆਇਆ ਸੀ ਇੰਗਲੈਂਡ ਵਾਲਾ। ਅੱਛਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੰਗਤ ਟੈਲੀਵਿਜ਼ਨ ਦੇਖ ਰਹੀਆਂ ਸੰਗਤਾਂ ਨੂੰ ਮੇਰੇ ਜਤਿੰਦਰ ਸਿੰਘ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਾਬਾ ਅਮਰੀਕ ਸਿੰਘ ਹੋਣਾ ਵੱਲੋਂ ਸੇਵਾਦਾਰ ਭੁਪਿੰਦਰ ਸਿੰਘ ਪਟਿਆਲੇ ਵਾਲਿਆਂ ਵੱਲੋਂ ਲੰਗਰ ਦੀ ਸੇਵਾ, ਜੋ ਕਿ ਇਹ ਹਰਿਆਣਾ ਅਤੇ ਦਿੱਲੀ ਦੇ ਬਾਰਡਰ ਦੇ ਉੱਪਰ, ਜੋ ਜਿਹਨੂੰ ਕੁੰਡਲੀ ਬਾਰਡਰ ਵੀ ਕਿਹਾ ਜਾਂਦਾ ਵਾ, ਉੱਥੇ ਨਿਰੰਤਰ 27 ਤਰੀਕ ਤੋਂ ਨਿਰੰਤਰ ਲੰਗਰ ਚੱਲ ਰਿਹਾ ਹੈ ਅਤੇ ਲੰਗਰ ਕਾਫੀ ਵੱਡੇ ਪੱਧਰ 'ਤੇ ਚੱਲ ਰਿਹਾ ਹੈ। ਬਾਬਾ ਜੀ ਨਾਲ ਗੱਲਬਾਤ ਕਰਦੇ ਹਾਂ। ਅਤੇ ਬਾਬਾ ਜੀ, ਜੇ ਲੰਗਰ ਸੰਗਤਾਂ ਕਿਵੇਂ ਸਹਿਯੋਗ ਪਾ ਰਹੀਆਂ ਅਤੇ ਤੁਹਾਡੇ ਵੱਲੋਂ ਕੀ ਸਹਿਯੋਗ ਆ? ਸਭ ਤੋਂ ਪਹਿਲਾਂ ਜਿਹੜੇ ਇਹ ਚੈਨਲ ਵੇਖ ਲਏ, ਬਾਹਰਲੇ ਦੇਸ਼ ਵਾਲੇ, ਕੈਨੇਡਾ, ਇੰਗਲੈਂਡ, ਅਮਰੀਕਾ, ਭਾਰਤ ਦਾ, ਆਲ ਵਰਲਡ ਹਿੰਦੁਸਤਾਨ, ਪਹਿਲਾਂ ਸਾਰੀ ਸੰਗਤ ਨੂੰ ਬਾਬਾ ਅਮਰੀਕ ਸਿੰਘ ਵੱਲੋਂ ਤੇ ਉਹਨਾਂ ਦੀ ਜਥੇਬੰਦੀ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਲੰਗਰ ਸੰਗਤ ਦੇ ਸੰਯੋਗ ਦੇ ਨਾਲ, ਸਮੂਹ ਵਾਹਿਗੁਰੂ ਦੀ ਕਿਰਪਾ ਦੇ ਨਾਲ, ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਕਿਰਪਾ ਦੇ ਨਾਲ ਇਹ ਲੰਗਰ ਦੀ ਸੇਵਾ ਸ੍ਰੀ ਮਾਨ ਸੰਤ ਬਾਬਾ ਅਮਰੀਕ ਸਿੰਘ ਪਟਿਆਲੇ ਵਾਲੇ, ਜੋ ਕਿ 28 ਤਰੀਕ ਤੋਂ ਇੱਥੇ ਆਰੰਭ ਕੀਤਾ ਸੀ, ਤੇ ਜਦੋਂ ਦੇ ਵੀ ਕਿਸਾਨਾਂ ਦੇ ਭਰਾਵਾਂ ਦੇ ਧਰਨੇ ਸ਼ੁਰੂ ਹੋਏ ਸੀ, ਉਦੋਂ ਲੈ ਕੇ ਹੁਣ ਤੱਕ 24 ਘੰਟੇ ਲੰਗਰ ਸਾਡਾ ਚੱਲ ਰਿਹਾ। ਲੰਗਰ ਹੋਰ ਵੀ ਜਥੇਬੰਦੀਆਂ ਵੱਲੋਂ ਚੱਲ ਰਿਹਾ ਵਾ ਕਿ ਇੱਥੇ ਕੀ ਸਵੇਰ ਦੇ ਟਾਈਮ ਕੀ ਤੁਸੀਂ ਬਣਾਉਂਦੇ ਤੇ ਦੁਪਹਿਰ ਨੂੰ ਕੀ ਬਣਾਉਂਦੇ, ਕੁਝ ਖਾਸ? ਸਵੇਰੇ ਚਾਹ ਦਾ ਪਕੌੜੇ, ਲੱਡੂ, ਪਿੰਨੀਆਂ, ਬਿਸਕੁਟ, ਖੋਇਆ, 5-10 ਤਰ੍ਹਾਂ ਦੇ ਪਦਾਰਥ ਹੁੰਦੇ ਨੇ ਜਿਹੜੇ ਚਾਹ ਨਾਲ ਦਿੰਦੇ ਆ। ਫਿਰ 10 ਵਜੇ ਤੋਂ ਬਾਅਦ ਲੰਗਰ ਸ਼ੁਰੂ ਹੁੰਦਾ ਹੈ ਤੇ ਉਹਦੇ ਵਿੱਚ 3-4 ਸਬਜ਼ੀਆਂ, ਖੀਰ, ਜੋ ਵੀ ਬਾਬੇ ਨਾਨਕ ਦਾ ਲੰਗਰ ਹੈ ਉਹਨੂੰ ਮੁੱਖ ਰੱਖਦਿਆਂ ਉਹ ਵਾਹਿਗੁਰੂ ਦੀ ਕਿਰਪਾ ਨਾਲ ਬਸ ਸੰਗਤਾਂ ਦਾ ਬੜਾ ਵੱਡਾ ਸਾਨੂੰ ਸੰਯੋਗ ਹੈ ਤੇ ਅਸੀਂ ਲੰਗਰ 24 ਘੰਟੇ ਚਲਾ ਰਹੇ। ਲੰਗਰ ਦੇ ਨਾਲ ਸਾਫ਼ ਸਫਾਈ ਦਾ ਧਿਆਨ ਕਿਵੇਂ ਦਾ ਰੱਖ ਰਹੇ ਜੀ? ਪੂਰੀ ਸਫਾਈ ਮਰਿਆਦਾ ਦੇ ਵਿੱਚ ਝਾੜੂ ਮਾਰ ਕੇ, ਕਿਤੇ ਭਾਂਡੇ ਮਾਂਜ ਕੇ, ਉਹਨਾਂ ਨੂੰ ਕੱਜ ਕੇ, ਲੰਗਰ ਨੂੰ ਵੀ ਕੱਜ ਕੇ, ਦਾਲ, ਸਬਜ਼ੀ, ਖੀਰ ਸਭ ਕੁਝ ਕੱਜ ਕੇ ਫਿਰ ਲੰਗਰ ਅਸੀਂ ਚਲਾਉਂਦੇ ਆ। ਅਸੀਂ ਭਾਂਡੇ ਨਹੀਂ ਲੰਗਰਾਂ ਦੇ ਤੋਂ ਲੈਣ ਦਿੰਦੇ। ਆ ਸਨ ਬਾਬਾ ਭੁਪਿੰਦਰ ਸਿੰਘ ਜੀ, ਬਾਬਾ ਅਮਰੀਕ ਸਿੰਘ ਪਟਿਆਲੇ ਵਾਲਿਆਂ ਦੇ ਜਥੇਬੰਦੀ ਤੋਂ। ਇਹ ਨਾਂ ਕੀ ਆਪਣਾ? ਹਜੂਰਾ ਸਿੰਘ, BK ਰਾਜੇਵਾਲ ਤੋਂ। ਸਾਡੇ ਨਾਲ ਹਜੂਰਾ ਸਿੰਘ, BK ਰਾਜੇਵਾਲ ਜੋ ਕਿਸਾਨ ਜਥੇਬੰਦੀ ਹੈ ਉਹਨਾਂ ਤੋਂ ਹੈ। ਹਾਂਜੀ ਭਾਈ ਸਾਹਿਬ, ਕੀ ਕਹਿਣਾ ਚਾਹੁੰਦੇ ਜੀ? ਮੈਂ ਆਪ ਦੇ ਮਾਧਿਅਮ ਚੈਨਲ ਦੇ ਮਾਧਿਅਮ ਰਾਹੀਂ ਸਭ ਤੋਂ ਪਹਿਲਾਂ ਸਾਰੀ ਸੰਗਤ ਨੂੰ ਤੇ ਸਮੂਹ ਕਿਸਾਨ ਜਥੇਬੰਦੀਆਂ ਨੂੰ ਫਤਿਹ ਬੁਲਾਉਣਾ। ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ। ਅੱਜ ਜੋ ਇਹ ਕੁੰਡਲੀ ਬਾਰਡਰ ਤੇ ਧਰਨਾ ਲੱਗਿਆ ਤੇ ਦਿੱਲੀ ਦੇ ਹਰ ਗੇਟ ਤੇ ਟਿਕਰੀ ਬਾਰਡਰ ਤੇ ਜਾਂ ਭਾਵੇਂ ਯੂਪੀ ਵਾਲੀ ਸਾਈਡ ਤੋਂ ਜਿਵੇਂ ਵੀ ਹਰ ਸਾਰੇ ਦੇਸ਼ ਦੀਆਂ 500 ਜਥੇਬੰਦੀਆਂ ਵੱਲੋਂ ਇਹ ਸੰਘਰਸ਼ ਜਿਹੜਾ ਕਿਸਾਨੀ ਨੂੰ ਬਚਾਉਣ ਦੇ ਲਈ ਵਿੱਢਿਆ ਗਿਆ ਹੈ। ਉਹਦੇ ਵਿੱਚ 1 ਅਕਤੂਬਰ ਤੋਂ ਜਿਹੜਾ ਸ਼ੰਭੂ ਬਾਰਡਰ ਤੇ ਉਹ 11 ਜਥੇਬੰਦੀਆਂ ਜਿਹੜੀਆਂ ਜ਼ਿਲ੍ਹੇ ਪਟਿਆਲੇ 'ਚ ਚੱਲਦੀਆਂ ਨੇ ਉਹਨਾਂ ਦੇ ਚੀਫ ਆਰਗੇਨਾਈਜ਼ਰ ਵੱਲੋਂ ਉਹ ਸਾਰੀ ਸੇਵਾ ਮੈਨੂੰ ਸੰਭਾਲੀ ਗਈ ਸੀ ਔਰ ਉੱਥੇ ਜਿਹੜਾ ਰੇਲਵੇ ਟਰੈਕ ਤੇ ਜਾਮ ਕਰਨ ਦਾ ਪ੍ਰਬੰਧ ਅਸੀਂ ਬਾਖੂਬੀ ਨਿਭਾਇਆ। ਔਰ ਜਦੋਂ ਜਥੇਬੰਦੀਆਂ ਨੇ 21 ਤਰੀਕ ਨੂੰ ਫੈਸਲਾ ਲਿੱਤਾ ਕਿ ਟਰੈਕ ਅਸੀਂ ਖਾਲੀ ਕਰਨੇ ਆ, ਉਹ ਅਸੀਂ 21 ਨੂੰ ਨਹੀਂ ਤੇ 22 ਨੂੰ ਕੀਤੇ ਨੇ। ਸਾਰੇ ਪੰਜਾਬ ਦੇ ਜਿਹੜੇ ਟਰੈਕ ਸੀ 21 ਤਰੀਕ ਨੂੰ ਖਾਲੀ ਹੋਏ ਸੀ, ਲੇਕਿਨ ਅਸੀਂ ਇਹਨੂੰ ਬੜੇ ਸੁਚੱਜੇ ਢੰਗ ਦੇ ਨਾਲ ਚਲਾਇਆ ਹੈ ਬਾਖੂਬੀ। ਅਸੀਂ ਉਦੋਂ ਜਿਵੇਂ ਇਹ ਸਮਝ ਕੇ ਕਿ ਜਿਵੇਂ ਸਾਨੂੰ 1 ਅਕਤੂਬਰ ਤੋਂ ਬਿਠਾਇਆ ਗਿਆ ਜਥੇਬੰਦੀਆਂ ਵੱਲੋਂ, ਸਾਡੇ ਬੜੇ ਆਗੂ ਆਏ ਨੇ ਉੱਥੇ, ਉਹਨਾਂ ਦੀ ਰਹਿਨੁਮਾਈ 'ਚ ਜਿਵੇਂ ਅਸੀਂ ਧਰਨਾ ਚਾਲੂ ਕੀਤਾ ਤੇ 21 ਦੇ ਫੈਸਲੇ ਦੇ ਮੁਤਾਬਕ ਬਾਅਦ ਵੀ ਅਸੀਂ ਇਹ ਸਮਝਿਆ ਵੀ ਜਦੋਂ ਤੱਕ ਸਾਡੇ ਕੋਲ ਸਾਡਾ ਸੀਨੀਅਰ ਆਗੂ ਪੰਜਾਬ ਦਾ ਨਹੀਂ ਆਉਂਦਾ, ਉਹ ਸੰਬੋਧਨ ਨਹੀਂ ਕਰਦਾ ਸੰਗਤ ਨੂੰ, ਅਸੀਂ ਆਪਣੀ ਮਰਜ਼ੀ ਨਾਲ ਧਰਨਾ ਨਹੀਂ ਚੁੱਕਾਂਗੇ। ਤੇ ਪੰਜਾਬ ਦੇ ਜਥੇਬੰਦੀਆਂ ਤੋਂ ਸਾਡੇ ਜਿਹੜੇ ਉਹ ਆਗੂ ਆਏ ਸਤਨਾਮ ਸਿੰਘ ਜੀ ਬਹਿਰੂ ਸਾਹਿਬ ਔਰ ਖਜ਼ਾਨਚੀ ਗੁਲਜ਼ਾਰ ਸਿੰਘ ਜੀ ਸਲੇਮਪੁਰ, ਉਹਨਾਂ ਨੇ ਸੰਬੋਧਨ ਕਰਨ ਤੋਂ ਬਾਅਦ ਅਸੀਂ 22 ਤਰੀਕ ਨੂੰ ਪਹਿਲੀ ਜਿਹੜੀ ਟ੍ਰੇਨ ਪੰਜਾਬ ਨੂੰ ਐਂਟਰ ਹੋਣ ਦਿੱਤੀ 3:28 ਤੇ। ਔਰ ਉੱਥੇ ਧਰਨਾ ਚਲਾਉਣ ਦੇ ਲਈ ਜਿਹੜੀ ਸੇਵਾ ਲੰਗਰਾਂ ਦੀ ਸੇਵਾ ਬਾਬਾ ਲਾਭ ਸਿੰਘ ਜੀ ਜਿਹੜੇ ਬਾਬਾ ਅਮਰੀਕ ਸਿੰਘ ਜੀ ਦੇ ਚਰਨ ਸੇਵਕ ਨੇ, ਬਾਬਾ ਲਾਭ ਸਿੰਘ ਜੀ ਨੇ ਜਿਹੜੀ 1 ਅਕਤੂਬਰ ਤੋਂ ਲੈ ਕੇ ਲਗਾਤਾਰ ਸੇਵਾ ਅੱਜ ਤੱਕ ਸਾਡੇ ਕਿਸਾਨ ਜਥੇਬੰਦੀਆਂ ਨੂੰ ਅੱਗੇ ਸੰਘਰਸ਼ ਚਲਾਉਣ ਦੇ ਲਈ ਜਿਹੜੀ ਸੇਵਾ ਨਿਭਾ ਰਹੇ ਨੇ ਔਰ ਬਹੁਤ ਹੀ ਵਧੀਆ ਪੌਸ਼ਟਿਕ ਭੋਜਨ ਕਿਸਾਨਾਂ ਦੇ ਲਈ ਭੇਜ ਕੇ ਤਾਂ ਕਿ ਕਿਸਾਨ ਤੰਦਰੁਸਤ ਰਹਿਣ, ਤਾਜ਼ਾ ਭੋਜਨ ਮੁਹੱਈਆ ਕਰਾ ਕੇ ਇਹ ਸੰਗਤ ਦੀ ਸੇਵਾ ਕੀਤੀ ਹੈ। ਅਸੀਂ ਇਹਨਾਂ ਦੇ ਧੰਨਵਾਦੀ ਹਾਂ। ਬਾਬਾ ਅਮਰੀਕ ਸਿੰਘ ਜੀ, ਸੰਤ ਬਾਬਾ ਅਮਰੀਕ ਸਿੰਘ ਜੀ ਪਟਿਆਲੇ ਵਾਲੇ, ਧੰਨ ਧੰਨ ਹੈ ਉਹਨਾਂ ਨੂੰ। ਔਰ ਗੁਰੂ ਗ੍ਰੰਥ ਸਾਹਿਬ ਜੀ ਦੀ ਰਹਿਨੁਮਾਈ ਦੇ ਹੇਠ ਇਹ ਜਿਹੜੇ ਲੰਗਰ ਚੱਲ ਰਹੇ ਨੇ ਇਹ ਚੱਲਦੇ ਰਹਿਣਗੇ। ਇਹ ਗੁਰੂ ਨਾਨਕ ਦੇਵ ਜੀ ਦਾ ਚਲਾਇਆ ਹੋਇਆ ਜਿਹੜਾ ਸਿਧਾਂਤ ਹੈ ਇਹ ਅਟਲ ਹੈ, ਸਦਾ ਨਿਰੰਤਰ ਚੱਲਦਾ ਰਹੇਗਾ। ਤਾਂ ਇਹਦੇ ਨਾਲ ਇਹ ਸਾਰਾ ਹੀ ਜਿਹੜਾ ਸੰਘਰਸ਼ ਹੁਣ ਚੱਲ ਰਿਹਾ, ਆਪਾਂ ਸੇਵਾਦਾਰਾਂ ਦੇ ਬਾਬਾ ਜੀ ਅਮਰੀਕ ਸਿੰਘ ਜੀ ਦੇ ਵੱਲੋਂ ਜਿਹੜਾ ਸੇਵਾ ਨਿਭਾਈ ਜਾ ਰਹੀ ਹੈ, ਇਹਦੇ ਨਾਲ ਹੀ ਇਹ ਸੰਘਰਸ਼ ਚੱਲ ਰਿਹਾ। ਸਾਡੇ ਵੱਸ ਦੀ ਗੱਲ ਨਹੀਂ ਕਿ ਅਸੀਂ ਸੰਘਰਸ਼ ਨੂੰ ਚਲਾ ਸਕੀਏ, ਕਦੋਂ ਤੱਕ ਬੰਦਾ ਭੁੱਖਣ ਭਾਣਾ ਕੰਮ ਕਰੇਗਾ। ਤਾਂ ਇਹਨਾਂ ਦਾ ਵੱਡਾ ਸਹਿਯੋਗ ਹੈ ਬਾਬਾ ਜੀ ਦਾ। ਔਰ ਆਪਾਂ ਜਿਹੜੀ ਇਹ ਜਿੱਤ ਹੈ ਪ੍ਰਾਪਤ ਕਰਕੇ ਘਰ ਨੂੰ ਵਾਪਸ ਹੋਵਾਂਗੇ, ਇਹ ਸਾਡਾ ਨਿਸ਼ਚਾ ਹੈ। ਅਸੀਂ ਇਹ ਆਪਣੇ ਹੱਕ ਲੈ ਕੇ ਹੀ ਘਰ ਨੂੰ ਵਾਪਸ ਆਵਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਡੇ ਨਾਲ ਹੁਣ ਇੱਥੇ ਅਸੀਂ ਆਏ ਸੀ ਟੀਮ ਸੰਗਤ ਦੀ, ਤੇ ਸਵਾਮੀ ਹਰਸ਼ਾਨੰਦ ਜੀ ਦੇ ਦਰਸ਼ਨ ਹੋਏ ਨੇ, ਜਿਨ੍ਹਾਂ ਦੇ ਤੁਸੀਂ ਆਪ ਸੋਸ਼ਲ ਮੀਡੀਆ ਤੇ ਮੇਰੇ ਖਿਆਲ ਵਿੱਚ ਕੋਈ ਵਿਰਲਾ ਸਿੱਖ ਰਿਹਾ ਹੋਵੇਗਾ ਜਿਨ੍ਹਾਂ ਨੇ ਨਹੀਂ ਦਰਸ਼ਨ ਕੀਤੇ ਹੋਣਗੇ, ਇਹਨਾਂ ਦੇ ਬਚਨ ਨਹੀਂ ਸੁਣੇ, ਜਿਨ੍ਹਾਂ ਨੇ ਬਹੁਤ ਦਲੇਰੀ ਦੇ ਨਾਲ ਮੋਦੀ ਸਾਹਿਬ ਨੂੰ ਉਹਨਾਂ ਦਾ ਪਿਛੋਕੜ ਯਾਦ ਕਰਾਇਆ ਸੀ ਅਤੇ ਉਹਨਾਂ ਨੂੰ ਇਹ ਵੀ ਯਾਦ ਕਰਾਇਆ ਸੀ ਕਿ ਤੁਸੀਂ ਪਿਛਲੇ ਦਿਨ ਭੁੱਲ ਗਏ ਹੋ। ਸੋ ਇੱਦਾਂ ਦੇ ਇਨਸਾਨ ਵਿਰਲੇ ਹੁੰਦੇ ਹਨ ਜੋ ਕਿਸੇ ਨੂੰ ਮੂੰਹ 'ਤੇ ਗੱਲ ਕਹਿਣ ਵਾਲੇ ਹੋਣ। ਜਿਸ ਤਰ੍ਹਾਂ ਇਹਨਾਂ ਨੇ ਗੁਰੂ ਨਾਨਕ ਸਾਹਿਬ ਦੇ ਸਿਧਾਂਤ ਨੂੰ ਦੁਹਰਾਇਆ ਹੈ ਕਿ ਬਾਬਰ ਨੂੰ ਜਾਬਰ ਮੂੰਹ 'ਤੇ ਕਹਿਣਾ। ਹਾਂਜੀ, ਸੋ ਸੱਚੇ ਪਾਤਸ਼ਾਹ ਜੀ ਦਾ ਇਹਨਾਂ ਨੇ ਹਵਾਲਾ ਦਿੱਤਾ ਸੀ ਵੀ ਕਿਸ ਤਰ੍ਹਾਂ ਸਿੱਖ ਸੰਗਤਾਂ ਲੰਗਰ ਲਾ ਰਹੀਆਂ, ਗੁਰੂ ਨਾਨਕ ਸਾਹਿਬ ਜੀ ਦਾ ਸੰਦੇਸ਼ ਵੀ ਸੁਣਾਇਆ ਸੀ। ਸੋ ਤੁਸੀਂ ਸਵਾਮੀ ਜੀ ਅੱਜ ਵੀ ਇੱਥੇ ਹੋ, ਸੋ ਤੁਸੀਂ ਸਾਨੂੰ ਦੁਬਾਰਾ ਫਿਰ ਇਸ ਸੰਘਰਸ਼ ਦੇ ਬਾਰੇ ਜੋ ਤੁਸੀਂ ਯੋਗਦਾਨ ਪਾ ਰਹੇ ਹੋ, ਜੋ ਤੁਸੀਂ ਇਹਦੇ ਵਿੱਚ ਜੱਦੋ-ਜਹਿਦ ਕਰ ਰਹੇ ਹੋ, ਉਹਦੇ ਬਾਰੇ ਸੰਗਤਾਂ ਨੂੰ ਇੱਕ ਵਾਰੀ ਸੰਗਤ ਟੀਵੀ ਦੇ ਮਾਧਿਅਮ ਰਾਹੀਂ ਵੀ ਜਾਣਕਾਰੀ ਜ਼ਰੂਰ ਦਿਓ। ਵਾਹਿਗੁਰੂ ਜੀ ਦਾ ਖਾਲਸਾ, ਵਾਹਿਗੁਰੂ ਜੀ ਦੀ ਫਤਿਹ। ਦੇਖੋ, ਮੈਂ ਆਪ ਸਭ ਨੂੰ ਇਹ ਕਹਿਣਾ ਚਾਹੁੰਦਾ, ਦੁਨੀਆ ਦੀ ਸਾਰੀ ਚੀਜ਼ਾਂ ਦੀ ਕੀਮਤ ਵੇਚਣ ਵਾਲੇ ਤੈਅ ਕਰਦੇ ਨੇ, ਕਿਸਾਨ ਦੀ ਫਸਲ ਦੀ ਕੀਮਤ ਖਰੀਦਣ ਵਾਲਾ ਤੈਅ ਕਰਦਾ ਹੈ। ਇਹ ਦੇਸ਼ ਜਿਹੜਾ ਹੈ ਭਾਰਤ 1947 ਨੂੰ ਆਜ਼ਾਦ ਹੋਇਆ ਸੀ, 73 ਸਾਲਾਂ 'ਚ ਅੱਜ ਵੀ ਕਿਸਾਨ ਦੀ ਹਾਲਤ ਜਸ ਦੀ ਤਸ ਹੈ। ਉਹਦੇ ਬਾਰੇ ਕਿਸੇ ਰਾਜਨੀਤਿਕ ਦਲ ਨੇ ਨਾ ਸੋਚਿਆ। ਮੈਂ ਕਿਸੇ ਵੀ ਰਾਜਨੀਤਿਕ ਦਲ ਦਾ ਪ੍ਰਚਾਰ ਕਰਨ ਇੱਥੇ ਨਹੀਂ ਆਇਆ। ਮੇਰੀ ਆਤਮਾ ਕਿਸਾਨ ਦੇ ਹਿਰਦੇ ਨਾਲ ਜੁੜੀ ਹੋਈ ਹੈ। ਔਰ ਦੇਖੋ, ਮੈਂ ਬਿਲਕੁਲ ਸਾਫ਼ ਕਹਿਣਾ ਚਾਹੁੰਦਾ, ਭਾਰਤ ਦਾ ਕਿਸਾਨ ਰਿਣ 'ਚ ਜਨਮ ਲੈਂਦਾ ਹੈ, ਰਿਣ 'ਚ ਪਲਦਾ ਹੈ ਔਰ ਰਿਣ ਚੁਕਾਉਣ ਨੂੰ ਆਪਣੀ ਪੀੜ੍ਹੀਆਂ ਤੇ ਛੋੜ ਕੇ ਰਿਣ ਚੁਕਾਉਣ ਨੂੰ ਆਪਣੀ ਪੀੜ੍ਹੀਆਂ ਤੇ ਛੋੜ ਕੇ ਚੱਲ ਦਿੰਦਾ ਹੈ।
ਇਹ ਦ੍ਰਿਸ਼ ਬਦਲਣ ਦਾ ਟਾਈਮ ਆ ਗਿਆ ਹੈ ਔਰ ਗੁਰੂ ਮਹਾਰਾਜ ਨੇ ਕਿਰਪਾ ਕੀਤੀ ਹੈ ਕਿ ਪੰਜਾਬ ਮਤਲਬ 5 ਨਦੀਆਂ ਦੀ ਪਵਿੱਤਰਤਾ ਧਾਰਨ ਕਰ ਵਾਲੇ ਇਨਸਾਨਾਂ ਨੇ ਇਹ ਭਾਰਤ ਮਾਤਾ ਦਾ ਝੰਡਾ ਚੁੱਕ ਲਿਆ ਹੈ ਨਾ। ਲੇਕਿਨ ਜਿਹੜਾ ਸਾਹਮਣੇ ਬੈਠਿਆ ਹੈ ਉਹ ਪ੍ਰਾਈਵੇਟ ਕੰਪਨੀ ਬਣ ਚੁੱਕੀ ਹੈ, ਉਹ ਕੋਈ ਪਾਰਟੀ ਨਹੀਂ ਹੈ। ਲੋਕ ਕਹਿੰਦੇ ਨੇ ਬਈ ਫਲਾਨੀ ਪਾਰਟੀ ਜਿੱਤੀ ਹੈ, ਇਹ ਗਲਤ ਫਹਿਮੀ ਹੈ। ਇਹ ਨਰਿੰਦਰ ਅਮਿਤ ਸ਼ਾਹ ਕੰਪਨੀ ਹੈ। ਇਹ ਦੋ ਕੰਪਨੀ ਮਤਲਬ ਦੋ ਬੰਦਾ ਨੇ ਕੰਪਨੀ ਬਣਾ ਕੇ ਸਾਰੇ ਸਿਸਟਮ ਤੇ ਕਬਜ਼ਾ ਪਾਇਆ ਹੋਇਆ ਔਰ ਇਸ ਕਬਜ਼ੇ ਨੂੰ ਖਤਮ ਕਰਨ ਵਾਲੇ ਗੁਰੂ ਮਹਾਰਾਜ ਨੇ ਕਿਸਾਨਾਂ ਨੂੰ ਖੜਾ ਕੀਤਾ। ਕਿਸਾਨ ਤੋਂ ਜ਼ਿਆਦਾ ਇਸ ਧਰਤੀ ਤੇ ਪਵਿੱਤਰ ਕੋਈ ਜੀਵ ਨਹੀਂ ਹੋ ਸਕਦਾ, ਕਿਉਂਕਿ ਉਹਦੇ ਅੰਦਰ ਜਿਹੜੀ ਪਵਿੱਤਰਤਾ ਹੈ ਤਾਂ ਹੀ ਧਰਤੀ ਮਾਂ ਉਸ ਨੂੰ ਫਸਲਾਂ ਨਾਲ ਜੋੜਦੀ ਹੈ। ਕੋਈ ਮਿਲਾਵਟ ਉਹਦੇ ਅੰਦਰ ਨਹੀਂ ਹੈ। ਉਹ ਗਰਮੀ ਸਰਦੀ ਬਾਰਿਸ਼ ਹਰ ਮੌਸਮ ਨੂੰ ਆਪਣੇ ਅੰਦਰ ਉਤਾਰ ਕੇ ਤਾਂ ਫਸਲਾਂ ਨਾਲ ਜੁੜਦਾ। ਠੀਕ ਹੈ। ਤਾਂ ਹੁਣ ਮੇਰੀ ਬੇਨਤੀ ਇਹ ਹੈ, ਜਿਹੜੇ ਤੁਹਾਡੇ ਦਰਸ਼ਕ ਭਰਾ ਭੈਣਾਂ ਉਹਨਾਂ ਸਾਰਿਆਂ ਨੂੰ ਮੇਰੀ ਬੇਨਤੀ ਹੈ ਕਿ ਤੁਸੀਂ ਜ਼ਿਆਦਾ ਤੋਂ ਜ਼ਿਆਦਾ ਇਸ ਅੰਦੋਲਨ ਮਾਰੇ ਗੁਰੂ ਮਹਾਰਾਜ ਦੇ ਆਪਣੇ ਹਿਰਦੇ ਨਾਲ ਸੱਚੇ ਹਿਰਦੇ ਨਾਲ ਉਹਨਾਂ ਨੂੰ ਪੁਕਾਰੋ, ਪ੍ਰਾਰਥਨਾ ਕਰੋ ਕਿ ਗੁਰੂ ਮਹਾਰਾਜ ਸਾਨੂੰ ਇੰਨੀ ਸ਼ਕਤੀ ਦਿਓ ਸਾਡੇ ਬੰਦਾਂ ਨੂੰ ਕਿ ਇਸ ਕੰਮ ਨੂੰ ਫਤਿਹ ਕਰ ਸਕਣ। ਇਹ ਫਤਿਹ ਕਰਨ ਦਾ ਮਤਲਬ ਹੈ ਕਿ ਇੱਕ ਨਵਾਂ ਭਾਰਤ ਬਣਾਉਣ ਦੀ ਸ਼ੁਰੂਆਤ ਹੋ ਜਾਏਗੀ। ਦੇਖੋ ਭਾਰਤ ਦੀ ਜਿਹੜੀ ਸਾਰੀ ਇਕਨੋਮੀ ਹੈ ਉਹ ਕਿਸਾਨਾਂ ਦੇ ਉੱਤੇ ਚੱਲਦੀ ਹੈ। ਇਹ ਅਮਰੀਕਾ ਨਹੀਂ ਕਿ 1.5% ਕਿਸਾਨ ਹੈ, ਇੱਥੇ 50% ਤੋਂ ਜ਼ਿਆਦਾ ਕਿਸਾਨ ਹੈ ਔਰ ਕਿਸਾਨ ਦੇ ਨਾਲ ਫਿਰ ਮਜ਼ਦੂਰ ਹੋਏਗਾ, ਫਿਰ ਉਹ ਸਾਰਾ ਸਿਸਟਮ ਚੱਲਦਾ ਹੈ। ਉਹ ਸਾਰੇ ਸਿਸਟਮ ਨੂੰ ਕ੍ਰੈਸ਼ ਕਰਕੇ ਖਤਮ ਕਰਕੇ ਇਹ ਸਿਰਫ ਗੌਤਮ ਅਡਾਨੀ ਨੂੰ ਦੇਣਾ ਚਾਹੁੰਦਾ ਹੈ। ਇਹ ਗੌਤਮ ਅਡਾਨੀ ਕੌਣ ਹੈ? 2000 'ਚ ਤੰਬੂ ਮਤਲਬ ਟੈਂਟ ਦਾ ਕੰਮ ਕਰਦਾ ਸੀ ਕੱਛ ਦੇ ਅੰਦਰ। ਇਹ ਮੁੱਖ ਮੰਤਰੀ ਸੀ ਨਰਿੰਦਰ, ਇਹ ਉਹਦਾ ਬਿਜ਼ਨਸ ਪਾਰਟਨਰ ਬਣਿਆ। ਇਹਨਾਂ ਨੇ ਕਸਟਮ ਨੂੰ ਚੂਨਾ ਲਾ ਕੇ ਤੁਹਾਡਾ ਸਾਡਾ ਪੈਸਾ ਅਰਬੋਂ ਰੁਪਇਆ ਸਿਸਟਮ ਨਾਲ ਨਿਕਾਲ ਲਿਆ। ਐਸੇ ਸਾਰੀ ਪਾਰਟੀਆਂ ਦੋਸ਼ੀ ਹਨ। ਉਸ ਟਾਈਮ ਕੇਂਦਰ ਦੇ ਅੰਦਰ ਕਾਂਗਰਸ ਦੀ ਸਰਕਾਰ ਸੀ, ਉਹਨਾਂ ਨੇ ਧਿਆਨ ਨਹੀਂ ਦਿੱਤਾ, ਨਹੀਂ ਤਾਂ ਇਹ ਜੇਲ੍ਹ 'ਚ ਹੁੰਦੇ ਦੋਨੋਂ, ਗੌਤਮ ਔਰ ਨਰਿੰਦਰ। ਫਿਰ ਨਰਿੰਦਰ ਨੂੰ ਇਹਦੇ ਦਿਮਾਗ 'ਤੇ ਚੜ੍ਹ ਗਿਆ ਕਿ ਪੈਸੇ ਦੀ ਬੜੀ ਤਾਕਤ ਹੈ। ਫਿਰ ਇਹਨੇ 2002 'ਚ ਗੁਜਰਾਤ ਦੰਗੇ ਕਰਾਏ, ਹਜ਼ਾरों ਬੇਗੁਨਾਹ ਲੋਕਾਂ ਨੂੰ ਮੌਤ ਦੇ ਨੀਂਦ ਸੁਲਾ ਦਿੱਤਾ ਇਸਨੇ। ਉਸ ਟਾਈਮ ਅਟਲ ਬਿਹਾਰੀ ਕੇਂਦਰ 'ਚ ਪ੍ਰਧਾਨ ਮੰਤਰੀ ਸੀ। ਉਹ ਗਿਆ ਉੱਥੇ ਗੁਜਰਾਤ, ਉਹ ਕਹਿੰਦਾ ਮੈਂ ਇਹਨੂੰ ਹਟਾਵਾਂਗਾ। ਲਾਲ ਕ੍ਰਿਸ਼ਨ ਅਡਵਾਨੀ ਕਹਿੰਦਾ ਨਹੀਂ ਇਹਨੂੰ ਬਚਾਉਣਾ, ਨਹੀਂ ਤਾਂ ਜੇਲ੍ਹ ਚਲਾ ਜਾਏਗਾ। ਇਹ ਬਚ ਗਿਆ ਉਸ ਟਾਈਮ ਵੀ। ਫਿਰ 2020 'ਚ ਇਹਨਾਂ ਦਿੱਲੀ 'ਚ ਇਹੀ ਕੰਮ ਕੀਤਾ ਇਹਨਾਂ ਨੇ। ਮੈਨੂੰ ਇਹ ਹੈਰਾਨੀ ਹੈ, ਜ਼ਿੰਦਗੀ 'ਚ ਮੇਰੀ 64 ਸਾਲ ਦੀ ਉਮਰ ਹੈ, ਪਹਿਲੀ ਵਾਰ ਵੇਖ ਰਿਹਾ ਮੈਂ ਕਿ ਪ੍ਰਧਾਨ ਮੰਤਰੀ ਗ੍ਰਹਿ ਮੰਤਰੀ ਇੱਕੇ ਸਟੇਟ ਦੇ ਇਤਨੀ ਵੱਡੇ ਦੇਸ਼ ਦੇ ਅੰਦਰ। ਹੈਰਾਨੀ ਦੀ ਗੱਲ ਹੈ। ਮਤਲਬ ਇਹ ਸੱਤਾ ਨੂੰ ਕਾਬਜ਼ ਕਰਕੇ ਇਹਨਾਂ ਨੇ ਪ੍ਰਾਈਵੇਟ ਕੰਪਨੀ ਬਣਾ ਲਈ ਹੈ ਔਰ ਇਹਨਾਂ ਦੇ ਸਾਰੇ ਜਿਹੜੇ ਨਾਲ ਹਨ ਇਤਨੇ ਦੁਖੀ ਹੋ ਰਹੇ ਨੇ, ਇਤਨੇ ਪਰੇਸ਼ਾਨ ਹਨ, ਪਰ ਉਹ ਕੁਝ ਕਹਿ ਨਹੀਂ ਸਕਦੇ ਕਿਉਂਕਿ ਇਹਨਾਂ ਨੇ ਸਾਰੇ ਦੇਖੋ ਇਹ ਚੀਜ਼ਾਂ ਸਾਨੂੰ ਸਮਝਣੀਆਂ ਪੈਣੀਆਂ ਕਿ ਭਾਰਤੀ ਸੰਵਿਧਾਨ ਦੇ 3 ਪਿੱਲਰ ਹੈਗੇ। ਸਾਰਾ ਤੋਂ ਵੱਡਾ ਮਜ਼ਬੂਤ ਪਿੱਲਰ ਹੈ ਕਾਰਜਪਾਲਿਕਾ। ਅਸੀਂ ਜੋ ਵੋਟ ਦੇ ਕੇ ਚੁਣਦੇ ਹਾਂ, ਜੋ ਸਰਕਾਰ ਬਣਾਉਂਦੇ ਨੇ, ਉਹੀ ਸੰਵਿਧਾਨ ਵਿੱਚ ਸੰਸ਼ੋਧਨ ਕਰ ਸਕਦੇ ਨੇ। ਇਹ ਸਿਸਟਮ ਹੈ। ਫਿਰ ਉਸ ਤੋਂ ਬਾਅਦ ਵਿਵਸਥਾਪਿਕਾ, ਉਹ ਤਾਂ ਮੁਖੋਟਾ ਹੁੰਦਾ, ਜਿਵੇਂ ਕਲੈਕਟਰ ਹੈ, ਐਸਪੀ ਹੈ, ਜ਼ਿਲ੍ਹੇ ਦੇ ਅੰਦਰ ਬੈਠਦਾ ਹੈ, ਉਹ ਜੋ ਆਦੇਸ਼ ਦੇਣਗੇ ਉਹਨੂੰ ਫੋਲੋ ਕਰੇਗਾ। ਸਰਕਾਰ ਜਿਹੜਾ ਵੀ ਆਦੇਸ਼ ਦੇਗੀ ਉਹਨੂੰ ਫੋਲੋ ਕਰਨਾ ਉਹਦੀ ਡਿਊਟੀ ਹੈ। ਫਿਰ ਅਗਰ ਉਹ ਕੋਈ ਗਲਤੀ ਕਰੇਗਾ ਤਾਂ ਉਹਨੂੰ ਮੋਨੀਟਰ ਕਰਨ ਮਾਰੇ ਨਿਆਇਆਲਾ ਹੈ। ਲੇਕਿਨ ਉਹ ਨਿਆਇਆਲੇ ਦੇ ਅੰਦਰ ਹੀ ਇਹਨਾਂ ਨੇ ਕੋਲੀਜੀਅਮ ਦੇ ਅੰਦਰ ਘੁਸੇੜ ਦਿੱਤੇ ਨੇ ਆਪਣੇ ਆਦਮੀ, ਤਾਂ ਸਾਰਾ ਕੰਮ ਹੀ ਖਤਮ ਹੋ ਗਿਆ। ਤਾਂ ਮੇਰੀ ਹੁਣ ਬੇਨਤੀ ਹੈ ਆਪ ਸਭ ਨੂੰ ਕਿ ਅਸੀਂ ਹੁਣ ਪੂਰਾ ਮਜ਼ਬੂਤੀ ਨਾਲ ਇਸ ਕੰਮ ਨੂੰ ਪੂਰੇ ਦੇਸ਼ ਦਾ ਕੰਮ ਬਣਾਈਏ, ਸ਼ਕਤੀ ਨਾਲ ਖੜੇ ਹੋ ਜਾਈਏ ਔਰ ਸਾਰੇ ਦੇਸ਼ ਨੂੰ ਏਕਤਾ ਦੇ ਸੂਤਰ 'ਚ ਬੱਧ ਕੇ ਨਾ ਅਸੀਂ ਕੰਮ ਕਰਾਂਗੇ ਤਾਂ ਅਸੀਂ ਇਤਨੀ ਵੱਡੀ ਰੇਖਾ ਬਣਾ ਦੇਵਾਂਗੇ ਕਿ ਆਪਣੇ ਆਪ ਹੀ ਛੋਟੇ ਹੋ ਜਾਣੇ। 2019 'ਚ 37% ਵੋਟ ਮਿਲੇ ਸੀ ਇਸ ਨੂੰ, ਇਹਦੀ ਪਾਰਟੀ ਨੂੰ। 63 ਵੋਟ ਇਹਦੇ ਖਿਲਾਫ ਗਏ ਸੀ ਕਿਉਂਕਿ ਉਹ ਵੰਡਾ ਹੋਇਆ ਵੋਟ ਸੀ, ਇਸ ਕਰਕੇ ਆ ਗਿਆ ਹੈ। ਤਾਂ ਮੇਰੀ ਬੇਨਤੀ ਹੈ ਸਾਰਿਆਂ ਨੂੰ, ਇਸ ਘਟਨਾ ਤੋਂ ਬਾਅਦ ਉਹਦਾ ਅੱਧਾ ਵੋਟ ਵੀ ਨਹੀਂ ਰਹਿ ਜਾਏਗਾ। ਇਹ ਹੁਣ ਕੀ ਸੈਟਿੰਗ ਕਰਨਗੇ ਤਰ੍ਹਾਂ ਨਾਲ, ਸਮਝ ਗਏ ਹੋ ਨਾ, ਮਸ਼ੀਨਰੀ ਦੇ ਨਾਲ ਸੈਟਿੰਗ ਚੱਲੇਗੀ। ਹੁਣ ਸਾਨੂੰ ਹੋਰ ਜਾਗਰਤ ਹੋਣਾ ਹੋਏਗਾ। ਤਾਂ ਅਸੀਂ ਆਪਣੀ ਇਤਨੀ ਕਿਲੇਬੰਦੀ ਦੇਖੋ ਕਿਸਾਨ ਹਰ ਜਗ੍ਹਾ 'ਤੇ ਮਿਲਦਾ ਹੈ, ਇਤਨੀ ਮਜ਼ਬੂਤ ਕਿਲੇਬੰਦੀ ਕਰਨੀ ਹੈ ਕਿ ਇੱਕ ਵੋਟ ਵੀ ਇਹ ਫਰਜ਼ੀ ਨਾ ਸੱਟ ਸਕਣ। ਚਲੋ ਉਹ ਤਾਂ ਚੁਣਾਵ ਦੀ ਗੱਲ ਹੋਏਗੀ, ਬਾਅਦ ਵਿੱਚ ਵੇਖਾਂਗੇ। ਸਾਰਾ ਤੋਂ ਪਹਿਲੇ ਇਸ ਕਿਸਾਨ ਅੰਦੋਲਨ ਨੂੰ ਇਤਨਾ ਮਜ਼ਬੂਤ ਬਣਾਉਣਾ ਹੈ। ਤੁਸੀਂ ਜਿੱਥੇ ਵੀ ਰਹਿੰਦੇ ਹੋ, ਪਿੰਡ ਸ਼ਹਿਰ 'ਚ, ਵੱਡੇ ਸ਼ਹਿਰ, ਰਾਜਧਾਨੀ 'ਚ, ਸਾਰੇ ਮਨ ਨਾਲ ਗੁਰੂ ਮਹਾਰਾਜ ਨੂੰ ਸ਼ਰਧਾ ਨਾਲ ਯਾਦ ਕਰੋ। ਇਹ ਤਾਂ ਦੇਖੋ ਮੈਂ ਯੋਗ ਦਾ ਵਿਦਿਆਰਥੀ ਹਾਂ, ਹੈ ਨਾ। ਇੱਕ ਪੇੜ ਹੈ 90 ਡਿਗਰੀ ਤੇ ਖੜਿਆ ਹੈ, ਉਹਦੀ ਹਰ ਪੱਤੀ ਆਕਸੀਜਨ ਦੀ ਫੈਕਟਰੀ ਹੈ, ਛਾਇਆ ਦਿੰਦਾ, ਫਲ ਦਿੰਦਾ, ਔਸ਼ਧੀ ਦਿੰਦਾ,
ਪਾਣੀ ਨੂੰ ਬੁਲਾਉਂਦਾ, ਧਰਤੀ ਦੀ ਕੋਖ ਦੇ ਅੰਦਰ ਉਤਾਰਦਾ ਔਰ ਗਰਮੀ 'ਚ ਫਿਰ ਉਹ ਉਲੀਚ ਕੇ ਸਾਡੇ ਅਧਰਾ ਤੱਕ ਪਹੁੰਚਾਉਂਦਾ। ਇਹਨਾਂ ਕੰਮ ਉਹ ਕਰ ਰਿਹਾ। ਹੁਣ ਸਾਨੂੰ ਗੁਰੂ ਮਹਾਰਾਜ ਨੇ ਜਿਹੜਾ ਕੰਮ ਦਿੱਤਾ ਹੈ ਅਸੀਂ ਉਹ ਕਰੀਏ। ਅਸੀਂ ਚੱਲ ਰਿਹਾ ਉਸੇ ਐਂਗਲ ਤੇ 90 ਡਿਗਰੀ ਤੇ ਬਾਡੀ ਸਾਡੀ ਚੱਲ ਰਹੀ ਹੈ। ਉਹ ਖੜਾ ਹੈ ਪੇੜ, ਉਹ ਆਪਣਾ ਪਵਿੱਤਰ ਕੰਮ ਕਰ ਰਿਹਾ, ਅਸੀਂ ਵੀ ਆਪਣਾ ਪਵਿੱਤਰ ਕੰਮ ਕਰੀਏ, ਹੈ ਨਾ। ਸਾਡੇ ਕੋਲ ਸ਼ੌर्य ਹੈ, ਪਰਾਕਰਮ ਹੈ, ਵੀਰਤਾ ਹੈ, ਸਾਹਸ ਹੈ, ਚਰਿੱਤਰ ਹੈ, ਈਮਾਨਦਾਰੀ ਹੈ, ਕਿਉਂਕਿ ਅਸੀਂ ਕਿਸਾਨ ਹਾਂ। ਇਹ ਸਮਝੀਏ ਕਿਸਾਨ ਤੋਂ ਜ਼ਿਆਦਾ ਧਰਤੀ ਤੇ ਪਵਿੱਤਰ ਕੋਈ ਜੀਵ ਨਹੀਂ ਹੈ। ਔਰ ਅਸੀਂ ਗੁਰੂ ਮਹਾਰਾਜ ਦੇ ਚਰਨ 'ਚ ਪੈ ਕੇ ਸੇਵਾ ਦੇ ਭਾਵ ਨਾਲ ਇਹਨੂੰ ਸ਼ਕਤੀ ਨਾਲ ਖੜਾ ਕਰਾਂਗੇ ਤਾਂ ਮੈਂ ਕਹਿੰਦਾ ਥੋੜੇ ਦਿਨਾਂ ਦੇ ਅੰਦਰ ਸਾਰਾ ਦ੍ਰਿਸ਼ ਬਦਲ ਜਾਏਗਾ। ਔਰ ਇਹਨਾਂ ਦਾ ਹਿਰਦੇ ਨਾ ਬਦਲਾ ਤਾਂ ਇਹਨਾਂ ਦਾ ਪਤਨ ਨਿश्चित है, क्योंकि शास्त्र कह रहे हैं कि अधर्म जब धर्म का कवच पहनकर खड़ा हो जाए तो उसे नष्ट कर देना ही धर्म है। वो प्रकृति खुद कृपा करेगी अपने आप, क्योंकि प्रकृति का ਜਿਹੜਾ ਸਾਈਕਲ ਹੈ ਨਾ ਉਹਦੇ ਅੰਦਰ ਹਿੰਸਾ ਦਾ ਫਲ ਦੁੱਖ, ਦਇਆ ਦਾ ਫਲ ਆਨੰਦ ਲਿਖਿਆ ਗਿਆ। ਔਰ ਤੁਸੀਂ ਚੈੱਕ ਕਰਕੇ ਵੇਖ ਲਿਓ, ਤੁਸੀਂ ਲੋਕਾਂ ਨੂੰ ਸੇਵਾ ਦੇ ਭਾਵ ਨਾਲ ਅੰਨ ਖਿਲਾਉਂਦੇ ਹੋ। ਇਹ ਗੁਜਰਾਤੀ ਲੋਕ ਪਾਣੀ ਵੇਚਦੇ ਸੀ, ਇਹਨਾਂ ਨੂੰ ਵੇਚਣ ਦਾ ਧੰਦਾ ਸਿਖਾਇਆ ਪਾਣੀ ਦਾ। ਉਹ ਪੰਜਾਬ ਦੀ ਧਰਤੀ ਸਾਰਿਆਂ ਦਾ ਪੇਟ ਭਰਦੀ ਹੈ, ਨਾਲ ਸਾਰਿਆਂ ਨੂੰ ਪ੍ਰੇਮ ਨਾਲ ਸੇਵਾ ਕਰਕੇ ਖਵਾਉਂਦੇ ਨੇ ਕਿ ਹੋਰ ਲਿਓ ਹੋਰ ਲਿਓ ਹੋਰ ਲਿਓ। ਉਹ ਤਾਂ ਪਾਣੀ ਦਾ ਵੀ ਪੈਸਾ ਲੈਂਦੇ ਨੇ, ਤਾਂ ਉਹਨਾਂ ਨਾਲ ਕੋਈ ਤੁਲਨਾ ਨਹੀਂ ਹੋ ਸਕਦੀ, ਹੈ ਨਾ। ਉਹ ਉਹਨਾਂ ਦੀ ਪਵਿੱਤਰਤਾ ਔਰ ਇਹਨਾਂ ਦਾ ਦਿਮਾਗ ਬਣੀਏ ਆਲਾ ਠੱਗ ਵਿਦਿਆ ਇਹਨਾਂ ਕੋਲ, ਤਾਂ ਠੱਗ ਦੀ ਔਰ ਸੇਵਾ ਦੀ ਕੋਈ ਤੁਲਨਾ ਨਹੀਂ ਹੋ ਸਕਦੀ, ਹੈ ਨਾ। ਤਾਂ ਉਹ ਅੰਧੇਰਾ ਹੈ, ਇੱਥੇ ਪ੍ਰਕਾਸ਼ ਹੈ, ਚਾਨਣ ਹੈ। ਪਰ ਉਸ ਅੰਧੇਰੇ ਨੂੰ ਮਿਟਾਉਣ ਕਰਕੇ ਹੁਣ ਚਾਨਣ ਨੂੰ ਫੈਲਾਉਣਾ ਪਏਗਾ। ਤਾਂ ਇਹ ਬੇਨਤੀ ਹੈ ਮੇਰੀ ਸਾਰਿਆਂ ਨੂੰ ਕਿ ਆਪ ਲੋਕ ਆਪਣੇ ਹਿਸਾਬ ਨਾਲ, ਆਪਣੇ ਮਨ ਦੀ ਭਾਵਨਾ ਦੇ ਹਿਸਾਬ ਨਾਲ ਆਪਣੇ ਆਪਣੇ ਮਿਲਣ ਵਾਲਿਆਂ ਨੂੰ ਸਾਰਿਆਂ ਨੂੰ ਜਾਗਰਤ ਕਰੋ, ਨਾਲ एकजुट हो और छोटे मोटे मते के भुला के मिल के काम करो, फतेह निश्चित होएगी। वाहेगुरु जी दा खालसा, किसान एकता जिंदाबाद, किसान एकता। ਸੋ ਸਵਾਮੀ ਜੀ ਦਾ ਮੈਂ ਸੰਗਤ ਟਰਸਟ ਵੱਲੋਂ, ਸੰਗਤ ਟੈਲੀਵਿਜ਼ਨ ਵੱਲੋਂ ਬਹੁਤ ਬਹੁਤ ਧੰਨਵਾਦ ਕਰਦਾ ਹਾਂ। ਜਿਸ ਤਰ੍ਹਾਂ ਆਪ ਜੀ ਪੋਲੀਟੀਕਲ ਲਾਈਫ ਨਹੀਂ ਹੈ, ਸੰਗਤ ਟੈਲੀਵਿਜ਼ਨ ਵੀ ਧਾਰਮਿਕ ਚੈਨਲ ਹੈ, ਪਰ ਇਹ ਸੰਗਤਾਂ ਦੇ ਦਿੱਤੀ ਹੋਏ ਤਿਲ ਫੁੱਲ ਦੇ ਨਾਲ ਚੱਲਦਾ ਹੈ। ਸੋ ਇਹ ਜੋ ਫਾਰਮਰ ਦੇ ਵੱਲੋਂ ਮੋਰਚਾ ਲਗਾਇਆ ਗਿਆ ਸੀ, ਸੋ ਇਸ ਦੇ ਵਿੱਚ ਸਾਡਾ ਜੋ ਹਿੱਸਾ ਪਾਉਣਾ ਬਣਦਾ ਹੈ। ਇਸ ਲਈ ਸੰਗਤ ਟੈਲੀਵਿਜ਼ਨ ਕੋਈ ਨਿਊਜ਼ ਚੈਨਲ ਨਹੀਂ ਹੈ, धार्मिक चैनल है। ਧਾਰਮਿਕ ਚੈਨਲ ਹੈ। ਉਹ ਸੁਣੋ ਇਹ ਸੰਦੇਸ਼ ਵੀ ਸੁਣ ਜਾਓ ਤੁਸੀਂ। ਮੈਂ ਆਧਿਆਤਮਿਕ ਸੰਦੇਸ਼ ਦੇਣਾ ਚਾਹੁੰਦਾ, ਹਾਂਜੀ, ਜ਼ਰੂਰ। ਕਿਉਂਕਿ ਤੁਹਾਡਾ ਆਧਿਆਤਮਿਕ ਚੈਨਲ ਹੈਗਾ। ਹਾਂਜੀ ਹਾਂਜੀ। सर्वे भवन्तु सुखिना, सर्वे सन्तु निरामया, सर्वे भद्राणि पश्यन्तु, माँ कश्चित् दुख भाग भवेत्। हे मात बजा निज शुचि वीणा, वह ज्योति जगा मेरे उर में, जिससे सेवक बनकर तेरा निर्भय विचरू भूमंडल में, कर दूर अज्ञान अंधेरे को नव ज्योति जगा दूं जन जन में। हे मात प्रदान करो शक्ति, जिससे अविराम बढ़ो पथ में। विज्ञान पदार्थ की समझ पैदा करता है, अध्यात्म अनुभूति कराता है। ये दोनों जिस दिन मिल जाएंगे, दुनिया में आने वाला हर नवजात शिशु सुप्त विवेकानंद को जगाकर बिल गेट्स बनेगा, सुंदर पिचाई बनेगा और दुनिया को खुशहाल बनाएगा। यही मेरा आज इस पवित्र दिन आध्यात्मिक संदेश है। जो तिल माही तेल है, जो चकमक में आग, तेरा साईं तुझ में जाग सके तो जाग। बुरा जो देखण में चला, बुरा न मिलिया कोई, जो दिल खोजत आपनो, मुझसे बुरा न कोई। 10 द्वारे का पिंजरा, जामे पंछी पौन, आए को अचरज नहीं, जाए अचंभा कौन। एक कुआं ऐसा देखा, जिसमें लगी है आग, कादा कीचड़ जल रहा, मछली खेले फाग। जब मैं था तब हरी नहीं, हरी मिले मैं नाही। प्रेम गली अति सांकरी,
तामे दो न समाय, तामे दो न समाय, तामे दो न समाय। ਸਿੰਘ ਸਾਹਿਬ ਦੋ ਟੱਪੇ ਮੇਰੇ ਵੱਲੋਂ ਵੀ ਮੋਦੀ ਦਾ ਔਰ ਮੇਰਾ ਟੱਕਰਾ ਹੋਇਆ ਰਾਤੀ। ਮੋਦੀ ਜੀ ਕਹਿੰਦੇ ਕਿ ਰੰਗ ਲੈ ਮੇਰੇ ਕੱਪੜੇ, ਕਾਲਾ ਮੇਰਾ ਕੰਮ, ਝੂਠ ਬੋਲਦਾ ਮੈਂ ਫਿਰਾਂ ਭਗਤ ਕਹਿਣ ਤਨ ਤਨ। ਫਿਰ ਮੈਂ ਕਿਹਾ ਬੋਲ ਤੇਰੇ ਮਿੱਠੜੇ ਬੜੇ, ਅੰਦਰੋਂ ਭਰਿਆ ਤੇਜ਼ਾਬ ਨਾਲ, ਮੱਤ ਗਈ ਤੇਰੀ ਮਾਰੀ ਹੁਣ, ਪੰਗਾ ਲੈ ਲਿਆ ਪੰਜਾਬ ਨਾਲ। ਤੇ ਇਹ ਜਿਹੜਾ ਜਿਹੜਾ ਬੇਲਗਾਮ ਝੋਟਾ ਬਣੀ ਫਿਰਦਾ ਸੀ ਨਾ, ਇਹ ਕਾਬੂ ਆ ਗਿਆ। ਇੱਥੇ ਹਟਣਾ ਨਹੀਂ, ਉਹ ਉਕਸਾਏਗਾ, ਉਹ ਗੰਦੇ ਬੰਦੇ ਭੇਜੇਗਾ ਜਿਹੜੀ ਚੱਕਵੀਂ ਗੱਲ ਕਰਨਗੇ। ਇਹੀ ਉਹ ਰਾਜਨੀਤੀ, ਗੰਦੀ ਰਾਜਨੀਤੀ ਖੇਲਦਾ ਹੋਇਆ। ਸਾਨੂੰ ਆਪਣੇ ਜੋਸ਼ ਦੇ ਨਾਲ ਨਾਲ ਹੋਸ਼ ਵੀ ਕਾਇਮ ਰੱਖਣਾ। ਔਰ ਮੈਂ 15 ਦਿਨ ਤੋਂ ਇੱਥੇ ਰੋਜ਼ ਆ ਰਿਹਾ ਵਾਂ, ਦਿੱਲੀ ਦਾ ਰਹਿਣ ਵਾਲਾ, ਕਿਉਂਕਿ ਇਹ ਕਾਜ਼, ਇਹ ਰੀਜ਼ਨ ਮੈਨੂੰ ਸਹੀ ਲੱਗ ਰਿਹਾ ਔਰ ਦੇਸ਼ ਦੇ ਅੰਧਕਾਰ ਦੀ ਤਰਫ ਲੈ ਕੇ ਜਾ ਰਿਹਾ ਸੀ, ਤੇ ਇਸ ਕਰਕੇ ਮੈਂ ਸਪੋਰਟ ਸੀਗਾ। ਬਾਕੀ ਲਾਸਟ ਅੰਦਰ ਜੋ ਬੋਲੇ ਸੋ ਨਿਹਾਲ। ਵਾਹਿਗੁਰੂ ਜੀ ਦਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਪਿਆਰੀ ਸਾਧ ਸੰਗਤ ਜੀ, ਅਸੀਂ ਗੁਜ਼ਰ ਰਹੇ ਸੀ ਤੇ ਬਜ਼ੁਰਗਾਂ ਨੂੰ ਦੇਖਿਆ, ਦਿਲ ਕੀਤਾ ਕਿ ਆਪ ਸੰਗਤਾਂ ਦੇ ਨਾਲ ਵੀ ਉਹਨਾਂ ਨੂੰ, ਆਪ ਸੰਗਤਾਂ ਨੂੰ ਵੀ ਦਰਸ਼ਨ ਕਰਾਏ ਜਾਣ। ਲੁਧਿਆਣਾ ਜ਼ਿਲ੍ਹੇ ਤੋਂ ਇਹ ਟਰਾਲੀ ਆਈ ਹੈ ਔਰ ਆਪ ਜੀ ਦੇਖ ਸਕਦੇ ਹੋ ਬਜ਼ੁਰਗ ਬਿਮਾਰ ਹਾਲਤ ਦੇ ਵਿੱਚ ਵੀ ਇਸ ਮੋਰਚੇ ਵਿੱਚ ਬੈਠੇ ਹਨ ਔਰ ਚੜ੍ਹਦੀ ਕਲਾ ਵਿੱਚ ਬੈਠੇ ਹਨ। ਸੋ ਸਾਨੂੰ ਇੰਨਾ ਹੀ ਜ਼ਰੂਰ ਦੱਸੋ ਜੀ ਵੀ ਆਪਣਾ ਨਾਮ ਤੇ ਪਿੰਡ ਦਾ ਪਤਾ ਜ਼ਰੂਰ ਦੱਸ ਦਿਓ। ਪ੍ਰੀਤਮ ਸਿੰਘ ਜੀ। ਪ੍ਰੀਤਮ ਸਿੰਘ, ਹਾਂਜੀ। ਪਿੰਡ ਕਿਹੜਾ? ਪਿੰਡ ਰਾਜਗੜ੍ਹ ਜੀ। ਰਾਜਗੜ੍ਹ ਜ਼ਿਲ੍ਹਾ? ਜ਼ਿਲ੍ਹਾ ਲੁਧਿਆਣਾ ਜੀ। ਤਹਿਸੀਲ ਰਾਏਕੋਟ ਜੀ। ਰਾਏਕੋਟ ਜੀ, ਰਾਏਕੋਟ। ਰਾਏਕੋਟ। ਕਿੰਨੇ ਦਿਨ ਹੋ ਗਏ ਤੁਹਾਨੂੰ ਆਏ? ਸਾਨੂੰ ਆਇਆ ਨੂੰ ਜੀ ਅੱਜ 27 ਤਰੀਕ ਦੇ ਪਹੁੰਚੇ ਹੋਏ ਆ ਜੀ। 27 ਤਰੀਕ ਦੇ ਆਏ? ਹਾਂਜੀ। ਤੇ ਫਿਰ ਜਦੋਂ ਦੇ ਤੁਸੀਂ ਆਏ ਆ ਤੁਹਾਡੇ ਨਾਲ ਜ਼ਿਆਦਾ ਗੱਲ ਇੱਧਰ ਕਰੋ। 77 ਸਾਲ ਦੀ ਉਮਰ ਆ। ਹਾਂਜੀ। ਉਮਰ ਕਿੰਨੀ ਆਪਣੀ? ਉਮਰ ਜੀ ਮੇਰੀ ਹੈਗੀ 74 ਸਾਲ ਦੀ। ਹਾਂ 74 ਦੀ। ਸੋ 74 ਈਅਰ 올ਡ, 74 ਈਅਰ 올ਡ ਬਜ਼ੁਰਗ ਨੇ ਇੱਥੇ ਬੈਠੇ ਨੇ ਮੋਰਚੇ ਦੇ ਵਿੱਚ ਆ ਕੇ, ਤੇ ਸਿਹਤ ਵੀ ਪੂਰੀ ਠੀਕ ਨਹੀਂ ਹੈ ਪਰ ਮਨ ਚੜ੍ਹਦੀ ਕਲਾ ਵਿੱਚ ਹੈਗਾ। ਸੋ ਜਦੋਂ ਤੁਸੀਂ ਇੱਥੇ ਬੈਠੇ ਹੋ ਇੰਨੇ ਦਿਨਾਂ ਦੇ, ਤੁਹਾਡੇ ਨਹਾਉਣ ਧੋਣ ਦਾ ਬਾਕੀ ਸਾਰਾ ਕਿਸ ਤਰ੍ਹਾਂ ਚੱਲ ਰਿਹਾ? ਨਹਾਉਣ ਧੋਣ ਦਾ ਤਾਂ ਹੁਣ ਦੂਜਾ ਜ਼ਿਲ੍ਹਾ ਹੀ ਦਿੱਲੀ ਆ, ਹੁਣ ਨਾਲੇ ਦੀਆਂ ਟੂਟੀਆਂ ਲੱਗੀਆਂ, ਉੱਥੇ ਜਾ ਕੇ ਨਹਾਇਆ ਜੀ ਉਹਦਾ ਜੀ। ਹਾਂਜੀ। ਹਾਂਜੀ। ਸੋ ਇਹ ਉਹਨਾਂ ਦੇ ਪਿੰਡ ਦੇ ਸਰਪੰਚ ਨੇ, ਅਤੇ ਆਪਣਾ ਨਾਮ ਤੁਸੀਂ ਦੱਸੋ। ਬਲਵਿੰਦਰ ਸਿੰਘ ਨੇ ਸਰਪੰਚ ਨਹੀਂ, ਤਾਂ ਸਾਬਕੇ ਸੀਗੇ, ਹੁਣ ਨਹੀਂ ਹੈਗੇ, ਹੁਣ ਹੋਰ ਮੁੰਡਾ ਵਾ। ਹਾਂ, ਐਵੇਂ ਅਸੀਂ ਕਿਉਂ ਝੂਠ ਬੋਲੀਏ। ਰਣਜੀਤ ਸਿੰਘ ਆ ਸਾਡੇ ਮੁੰਡਾ, ਹੈ ਤਾਂ ਉਹਦੀ ਭਰਜਾਈ, ਪਰ ਸਾਰਾ ਕਰਤਾ ਧਰਤਾ ਉਹੀ ਕਰਦੇ। ਹਾਂਜੀ। ਪਿੰਡ ਉਹੀ ਰਾਜਗੜ੍ਹ। ਕਿੰਨੀ ਸੰਗਤ ਆਈ ਆਪਣੇ ਨਾਲ? ਅਸੀਂ ਤਾਂ ਇੱਕ ਟਰਾਲੀ ਲੈ ਕੇ ਆਏ। ਇੱਕ ਟਰਾਲੀ ਲੈ? ਹਾਂ। ਸੋ ਦੇਖੋ ਕਿੰਨਾ ਉਤਸ਼ਾਹ ਹੈ ਸੰਗਤ ਦੇ ਵਿੱਚ। 28 ਤਰੀਕ ਦੇ ਅੱਜ ਤਕਰੀਬਨ 13-14 ਦਿਨ ਹੋ ਚੱਲੇ ਨੇ। ਜਿਹੜੇ ਬੰਦੇ ਆ ਇਹਨਾਂ ਨੂੰ ਮੋੜਨਾ, ਗੱਡੀ ਰੱਖੀ ਹੋਈ ਆ ਜੀ ਪਿੰਡ ਦੀ। ਠੀਕ ਹੈ। ਪਿੰਡ ਦੀ ਸਾਂਝੀ, ਉਹਦੇ ਵਿੱਚ ਜੀ ਆ ਪੈਸੇ ਦਿੰਨੇ ਆ, ਉਹ ਸਾਨੂੰ ਵਿਚਾਰੇ ਇੱਥੇ ਛੱਡ ਜਾਂਦੇ ਨੇ ਕਿ ਫਿਰ ਲੈ ਜਾਂਦੇ ਆ। ਬਦਲਦੀ ਰਹਿੰਦੀ ਹੈ। ਹਾਂਜੀ। ਸੋ ਸਪੈਸ਼ਲ ਗੱਡੀ ਆਉਂਦੀ ਹੈ ਜਿਹੜੀ ਸੰਗਤ ਨੂੰ, ਜਿਹੜਿਆਂ ਨੂੰ ਜ਼ਿਆਦਾ ਦਿਨ ਹੋ ਜਾਂਦੇ ਨੇ ਉਹਨਾਂ ਨੂੰ ਲੈ ਜਾਂਦੇ ਨੇ, ਬਾਕੀ ਨਵੀਂ ਸੰਗਤ ਹੋਰ ਆ ਜਾਂਦੀ ਹੈ। ਸੋ ਕਿੱਡੀ ਵੱਡੀ ਵਿਉਂਤਬੰਦੀ ਹੈ ਕਿਸਾਨਾਂ ਦੀ। ਸੋ ਮਹਾਰਾਜ ਕਿਰਪਾ ਕਰਨ, ਇਸ ਮੋਰਚੇ ਨੂੰ ਸਫਲ ਜਲਦੀ ਤੋਂ ਜਲਦੀ ਮਹਾਰਾਜ ਬਣਾਉਣ ਤੇ ਸਾਰੀਆਂ ਸੰਗਤਾਂ ਘਰਾਂ ਨੂੰ ਜਾਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰੇ ਨਾਲ ਹਰਿਆਣਾ ਤੋਂ ਕਿਸਾਨ ਭਾਈ ਸਾਹਿਬ ਬੈਠੇ ਜੁੜੇ ਨੇ, ਸੋ ਉਹਨਾਂ ਦੇ ਨਾਲ ਆਪ ਜੀ ਦੀ ਜਾਣਕਾਰੀ ਕਰਾਉਂਦੇ ਆ। ਸੋ ਭਾਈ ਸਾਹਿਬ ਜੀ, ਆਪ ਜੀ ਦਾ शुभ नाम और अपना एरिया जरूर। नरेंद्र सांगवान, हम जिला सोनीपत से और बड़ौदा कॉन्स्टिट्यूंसी जी, और किसान हैं, ठीक है। और पहले तो हमने सुनी थी लड़ाई कि सरदार भगत सिंह ने जो लड़ाई लड़ी थी वो देश की आज़ादी के लिए लड़ी थी, ठीक है। और आज अन्नदाता को बचाने के लिए किसान लड़ाई लड़ रहे हैं, कोई दो राय नहीं है इसमें। और अपनी लड़ाई में मतलब वादक के पूरी कामयाबी लेकर के जाएंगे, चाहे हमारे को 6 महीने क्या चाहे 6 साल हो जाओ, हम अपनी लड़ाई लड़ रहे हैं अन्नदाता को बचाने के लिए।
और ये अपनी लड़ाई पूरी तरह से कामयाब होकर के जाएंगे। आप जी कितनी तरीक तो पैथे आए हो मोर्चा ला के बैठे? हम यहाँ 27 तारीख से बैठे हैं। जी हाँ, 27 तारीख से बैठे हैं। यहाँ पे अपना लंगर चल रहा है ये, ठीक है साध संगत जी इधर नाल दी नाल लंगर भी? जी हाँ बिल्कुल, लंगर चल रहा है हमारा ये बिल्कुल। ये भाई साहब के नाल सारा और सारे बैठे ने। तो अपना दसो जी, अपना शुभ नाम? जस्सा प्रधान विस्पड़ी जी। जस्सा प्रधान विस्पड़ी। हाँ जी। कितने दिनों तो आए बैठे? हमने तो 15 दिन हो गए जी, आड़े उस दिन गए रहे हैं। 15वां दिन हो गया, शुरुआत दिन का टेंट लग रहा है हमारा तो सारा। सारा उसी दिन चल रहा है? हाँ जी, उसी दिन चल रहा है जी हमारा, शुरुआत दिन से जी। हाँ जी, चलता ही रहेगा जी, इतने नहीं मानेगा कोई, चलता ही रहेगा। ये तो 1 साल लग जाओ। हाँ जी, आपके साथ इतने कड़े कानून वापस नहीं ये कानून वापस नहीं ले लेगा ये, इतना लंगर चलता रहेगा। अपनी मांग को मनवा के तभी यहाँ से जाएंगे। इसके काले कानूनों के विरुद्ध ये चल रहा है और यहाँ जब तक रहेंगे ना इतने ये वापस नहीं होते, इतने मतलब चलता रहेगा लंगर। यहाँ बैठे हम शांति से, अपना शांति प्रिय आंदोलन चल रहा है। हमने इसी तरह अपना ये अपना खाना सारा देसी घी का चला रहे हैं जी हम सारा, बिल्कुल। 1 साल लग जाओ, चाहे 1 साल लग जाओ, ऐसे ही चलता रहेगा भंडारा। सभी पूरा सहयोग देंगे। हरियाणवी खाना है, देसी घी और देसी घी के लड्डू और हलवा, गुड़, हर चीज़ देसी है बिल्कुल। यहाँ पे हरियाणवी संस्कृति का पूरा वो इबादत इंतज़ाम है। और मेरे ख्याल में कम से कम भी वो इबादत 2-3 हज़ार आदमी हर रोज़ का खाना खाते हैं। जी हाँ, और ये चलता ही रहेगा जब तक ये संघर्ष होगा ना, तब तक ये लंगर भी और ये धरना भी ऐसे ही चलता रहेगा। ये जो संघर्ष है ਇਹਦੇ ਨਾਲ हरियाणा ਤੇ पंजाब ਦੀ जो नेड़ता वधी है ਉਹਦੇ बारे बोलो। देखो, हमारे को तो पहले भी मतलब इस चीज़ का पता था कि पंजाब हमारा बड़ा भाई है, ठीक है। और आज इस आंदोलन में अहम योगदान पंजाब का है। हम तो उनके छोटे भाई हैं और मिल करके साथ दे रहे हैं। अपने बड़े भाई को हम पीछे रखेंगे, आगे हम रहेंगे पूरे आंदोलन के लिए जी। तो जो सियासतदाना ने जो डिफरेंसेस क्रिएट किए सन, जो दूरियां दूर कीतियां सन, इस मोर्चे ने किसानां नूं, पंजाब ते हरियाणे नूं दोबारा एहसास करा दिता है कि असी भाई भाई हाँ। ये जो सियासतदान ने यही सानू एक दूसरे तो दूर करते हैं। सो इस मोर्चे ने सारे देश नूं जगा लिया है। अब सियासतदानों की मतलब वो बात है कि नहीं चलेगी, नहीं चलेगी। पंजाब और हरियाणा एक है और इसमें तो और ज़्यादा जो थोड़ी बहुत दूरियां थी ना, वो सब एक हो गई हैं और एक ही रहेंगे। इसमें कोई पार्टी नहीं है और कोई राजनीति नहीं है। इसमें मतलब वो बात है कि हमारा भाईचारा एक है और सदा के लिए एक ही रहेगा। सो ਜਦੋਂ ਸਾਰੇ ਇਕੱਠੇ ਹੋ ਜਾਣ ਤਾਂ ਸਫਲਤਾ ਬਹੁਤ ਜਲਦੀ ਮਿਲ ਜਾਂਦੀ ਹੈ। ਸੋ ਪਰਮਾਤਮਾ ਕਿਰਪਾ ਕਰਨ ਕਿ ਜਲਦੀ ਤੋਂ ਜਲਦੀ ਕਿਸਾਨਾਂ ਨੂੰ ਇਹਨਾਂ ਦੇ ਸਾਰੇ ਹੱਕ ਸਰਕਾਰ ਝੁਕ ਜਾਵੇ ਔਰ ਇਹਨਾਂ ਦੇ ਹੱਕ ਮਿਲ ਜਾਣ। ਸੋ ਜੋ ਏਕਤਾ ਆਪ ਦੇਖ ਰਹੇ ਹੋ ਸਾਧ ਸੰਗਤ ਜੀ, ਇਹ ਜੋ ਸਪਿਰਿਟ ਹੈ ਸਾਰਿਆਂ ਦੇ ਵਿੱਚ, ਜੋ ਸਾਂਝੀਵਾਲਤਾ ਹੈ ਸਾਰੇ ਦੇਸ਼ ਦੇ ਕਿਸਾਨਾਂ ਦੇ ਵਿੱਚ। ਅੱਜ ਅਸੀਂ ਮਹਾਰਾਸ਼ਟਰ ਦੇ ਕਿਸਾਨਾਂ ਨੂੰ ਵੀ ਮਿਲੇ ਸੀ ਤੇ ਮੱਧ ਪ੍ਰਦੇਸ਼ ਦੇ ਕਿਸਾਨਾਂ ਨੂੰ ਵੀ ਮਿਲ ਕੇ ਆਏ ਹਾਂ। ਦਿੱਲੀ ਦੇ ਆਗਰਾ ਰੋਡ ਦੇ ਉੱਤੇ ਪਲਵਲਾ ਦੇ ਵਿੱਚ ਉੱਥੇ ਵੀ ਮੋਰਚਾ ਲੱਗਾ ਹੋਇਆ ਹੈ। ਸੋ ਉਹ ਵੀ ਮਹਾਰਾਸ਼ਟਰ ਤੋਂ ਆਏ ਨੇ, मोटरसाइकिलों ते आए ने, कारां ते आए ने। हाँ जी, आज स्थिति ये है कि पूरे के पूरे भारतवर्ष का किसान, चाहे तेलंगाना है, चाहे महाराष्ट्र है, चाहे तमिलनाडु है, हरियाणा, पंजाब, राजस्थान, सब किसान यहाँ पे एकजुट हो चुके हैं। और यही हालात रहे तो ज़्यादा दिन दूर नहीं है, ऐसा दिन दूर नहीं है। ये जो संघर्ष है, ये जागरूकता मिलिट्री में भी मतलब वो बात है कि बगावत होने वाली है। अगर ये मांग नहीं मानी गई ना तो मिलिट्री में भी बगावत हो सकती है और इस सरकार का तख्ता पलट हो सकता है। सो भाई साहब जी ने बहुत वड्डी गल कही है। कहते ने जिहड़ा अत अते खुदा दा वैर हुंदा है, जदों कोई हद कर दिंदा है तो कुछ भी हो सकता है। बिल्कुल कुछ भी हो सकता है। पूरे के पूरी अकेला किसान नहीं, 36 जात और पूरा वर्ग, चाहे मजदूर वर्ग है, चाहे व्यापारी वर्ग है, सब कुछ किसान के साथ है। क्योंकि
अन्नदाता ही उनका मतलब वो के रोटी देता है। और अन्नदाता के बगैर जो मंत्री है, मुख्य प्रधानमंत्री है, वो भी अन्न ही खाता है। तो उसको भी सोचनी चाहिए। और कहीं ऐसा ना हो कि ये बगावत दूसरे देशों में ही फैल चुकी है। ये अगर मिलिट्री में चली गई, सेना में यह बगावत चली गई, तो बहुत ही मुश्किल हो जाएगी इसको देश को संभालना। तो जो भाई साहब जी ने गल कही है, देखो पाकिस्तान ने भी सेम टाइम ते ਵੱਖ ਹੋਇਆ ਸੀ ਹਿੰਦੁਸਤਾਨ ਤੋਂ, ਤੇ ਉਹਨਾਂ ਦੀਆਂ ਗਲਤ ਨੀਤੀਆਂ ਕਾਰਨ ਉੱਥੇ 60% ਰਾਜ ਜਿਹੜਾ ਹੈ 70 ਸਾਲ ਦੇ ਵਿੱਚੋਂ ਉਹ ਆਰਮੀ ਨੇ ਕੀਤਾ ਹੈ ਜੀ। ਜਦੋਂ ਕੋਈ ਸਿਆਸਤਦਾਨ ਅੱਤ ਕਰਦੇ ਨੇ, ਸੋ ਇਹ ਜੋ ਦੇਸ਼ ਹੈ ਭਾਰਤ ਦੇਸ਼, ਇੱਥੇ बड़ी परमात्मा की कृपा रही है कि कभी भी मिलिट्री रूल नहीं हुई। अगर ये हालात रहे ना तो पाकिस्तान वाला हालात हो जाएंगे, या भी मिलिट्री शासन ही होगा, यहाँ भी मिलिट्री शासन हो जाएगा अगर यही हालात रहे और ये अपनी जिद पे अड़े रहे और किसान की मांग नहीं मानी गई, अन्नदाता की मांग नहीं मानी गई। अन्नदाता ही अगर नाराज हो गया तो पूरा देश ही नाराज है और इस सरकार को लेने के देने पड़ जाएंगे। ये यहाँ पर भी मिलिट्री शासन लागू हो जाएगा। सो जो अन्नदाता कह रहे ने ये कोई गलत नहीं कह रहे। साडे मेरे बाबा जी क्या करते सन कि उन्होंने कोल कोई संत आया करते सन, वो कहते सी सब तो वड्डा दाता दानी सब तो वड्डा किसान है। वो धरती दे ओदी जे बीजे हुए बीज ने उन्होंने जड़ां नूं खा के, उन्होंने बीजां नूं खा के धरती दे विच रहण वाले जीव भी अपना गुजारा करते हैं। जिहड़े आकाश विच रहण वाले ने उन्होंने भी कोई रोक टक नहीं, जिमींदार के खेत विचों जदों मर्जी खा सकते हैं। और जिहड़े धरती ते चलण वाले जीव जंतु ने, इंसान ने तो खाना खाना है। सो इहो धरती के थल्ले वालियां नूं, आकाश वालियां नूं, धरती ते रहण वालियां नूं सारियां दा रोटी देण वाला किसान है जी। सो जदों इहनूं दुख दिता जाता है तो परमात्मा अपना कोई ना कोई करिश्मा जरूर वरतदा है। सो असीं सोचते हैं कि जल्दी ही देश दे विच परिवर्तन आना चाहिए है जी। और जो सियासत हो रही है ये नहीं होनी चाहिए। देश प्रति वफादारी, प्रजा प्रति वफादारी सियासतदाना विच जो मर चुकी है, मिट चुकी है, वो शायद इस किसान मोर्चे तो बाद असी सोचते हैं कि जरूर दोबारा जीवित होवेगी। सो तुहाडे जिहड़े बोल ने वो लगता है परमात्मा तुहाडे मूँह कढ़ा। बिल्कुल, हम तो भगवान से यही प्रार्थना करते हैं कि मोदी को और अमित शाह को सद्बुद्धि दे और किसानों की मांग को जल्द से जल्द पूरा करने की कोशिश करे, जिससे कि देश में अमन शांति रह सके। ये हमारे विधायक जी, विधायक के लड़के हैं हमने। नमस्कार। आप जी के डैडी एमएलए ने? हाँ हाँ, जितेंद्र हुड्डा, और मैं बड़ौदा हल्का से हूँ। ये सारे यहाँ मेरे हल्के के आदमी सारे बड़ौदा के, और किसान आंदोलन में बढ़ चढ़ कर भाग लेने आए हुए हैं। तो जैसे कि हालात इतने बुरे हो चुके हैं, आप देख रहे हो सुबह से शाम तक यहाँ पर इस किसान, जो ये भारत देश का किसान है, ये अन्न पैदा करके भारत देश की गरीब जनता का, भारत देश के अमीरों का, भारत देश के पूंजीपतियों का, भारत देश के राजनीतिक लोगों का, भारत देश में जितने जीव जंतु रहते हैं उन सभी जीव जंतुओं का पेट भरने का काम कोई करता तो किसान करता, और किसान का बेटा करता है। और इसी किसान का बेटा भारत देश की सीमा की सुरक्षा करता है। अगर इस किसान का बेटा जिसने भारत देश की सीमा की सुरक्षा करनी बंद कर दी और इस किसान ने भारत देश में अन्न बोना बंद कर दिया, तो वो दिन दूर नहीं होगा, ये भारत देश में भूखमरी से हाहाकार मच जाएगा। मुझे शर्म आती है इस मोदी सरकार पे। इस मोदी सरकार ने चुनाव से पहले भारत देश के किसानों को ये वादा किया था कि पहली कलम से स्वामीनाथन आयोग की रिपोर्ट में लागू करूंगा, और किसानों को स्वामीनाथन आयोग मैं एक गिफ्ट में दूंगा। भारत देश के किसानों ने, 36 बिरादरी ने दिन रात मेहनत करके इस नरेंद्र मोदी को प्रधानमंत्री की कुर्सी पर बिठाया। आज बड़े दुर्भाग्य की बात है, हम अपने घर पर जाते हैं, हमारे बच्चे हमारे से पूछते हैं बापू, हम कहते हैं हाँ बेटा, बापू हमने इसको प्रधानमंत्री, देश का प्रधानमंत्री इसलिए बनाया था, ये किसान हितैषी है, किसान की स्वामीनाथन आयोग को रिपोर्ट को लागू करेगा। हमने इसको प्रधानमंत्री इसलिए बनाया था कि किसान का बेटा
बॉर्डर पर शहीद हो रहा है, ये आतंकवाद को खत्म करेगा। बापू ये क्यों कर रहा है ऐसा? ये किसान की पेट पर क्यों लात मार रहा? हमारी आंखों में पानी आ जाता है। हमारे पास कोई जवाब नहीं देने को हमारे बच्चों के पास। आज किसान को यहाँ दिल्ली के चारों तरफ हमारे ही बेटों भाइयों से, सैनिकों से पिटवा रहा है। और हमारे बेटे जो किसान के बेटे हैं, जो इस किसान के बेटों के कारण भारत देश की सीमाएं सुरक्षित हैं, उनको आतंकवादी के पास ले जाकर के शहीद करवाने का काम करवा रहा है। इसको शर्म आनी चाहिए, डूब कर मर जाना चाहिए। मैं तो कहता हूं नरेंद्र मोदी, अगर तेरे अंदर थोड़ी भी गैरत है तो इस हिटलर शाही को और इसको तानाशाही को छोड़ करके इस भारत देश का, जिस किसान और किसान के बेटे ने भारत देश को इतना खुशहाल बना दिया कि भारत देश को विश्व की चौथी ताकत बना दिया। इस किसान के पेट पर लात मारने की बजाय इस किसान का दुख सुन, इस किसान की जो डिमांड है उस डिमांड को पूरी कर, स्वामीनाथन आयोग लागू कर, ताकि ये किसान खुशहाल हो सके। अगर किसान खुशहाल होगा तो ये मेरा भारत देश दिन दुगनी रात सुगुनी उन्नति करेगा। अगर किसान बर्बाद होगा तो मेरा देश बर्बाद होगा, मेरा देश का किसान बर्बाद होगा, मेरा देश का व्यापारी बर्बाद हो जाएगा। इन्होंने शर्म आनी चाहिए, डूब कर मर जाना चाहिए। जो विधायक जी के बेटे ने, उन्होंने अपने जो अरमान हैं, दिल का दुख है, वो संगतां दे नाल साझा किया है। दुख ही दुख नहीं, हम यहाँ आते हैं, रोजाना आते हैं। जिस दिन पहली बार पंजाब का किसान ने यहाँ आकर के रेस की, ट्रैक्टर की रेस दी थी, पूरी बॉर्डर पर जब टक्कर मारी थी, उस टाइम से हम यहाँ पर बैठे। हमें शर्म आती है, हमें ये बताते हुए शर्म आती है मीडिया में कि हमारा प्रधानमंत्री इतना नीच और गिरा हुआ है। जो प्रधानमंत्री किसान और किसान के बेटे, जिसको देश का प्रधानमंत्री इसलिए बनाया था कि ये किसान की देखभाल करेगा, लेकिन आज वही प्रधानमंत्री जो किसान, जो धरती माता का सीना चीर करके इस देश की आर्थिक हालात को मजबूत करता है, उस किसान और किसान के बेटे को ये आतंकवादी बताता है। इसी प्रधानमंत्री का चेला जो तड़ी पार है अमित शाह, वो तड़ी पार अमित शाह हमारे किसान भाइयों को खालिस्तानी बताता है। आप यहाँ सुबह से शाम तक देखो, यहाँ ना ही तो कोई आतंकवादी है, ना ही कोई खालिस्तानी है। यहाँ पर वो लोग हैं जो लोग इस देश की सुरक्षा रखते हैं। यहाँ पर वो लोग हैं जो लोग इस देश में अन्न पैदा करके इस देश को खुशहाल बनाते हैं। और अगर ये कानून रद्द कर दिए और स्वामीनाथन आयोग लागू कर दिया तो वो दिन दूर नहीं है। भारत देश आज तीसरी विश्व शक्ति है। अगर स्वामीनाथन आयोग की रिपोर्ट इसने लागू कर दी तो वो दिन दूर नहीं है। यही भारत देश का किसान इस भारत देश को विश्व के एक नंबर के महाशक्ति बनाने का काम करेगा। इस किसान के पास इतनी ताकत है, इतना लक्ष्य है, इतना मेहनती, इतना कमेरे वर्ग से ये किसान आता है। मैं आज ही वो वीडियो देखी सी मोदी जी की, ਜਿਹਦੇ ਵਿੱਚ ਉਹਨਾਂ ਨੇ ਇਲੈਕਸ਼ਨ ਤੋਂ ਪਹਿਲਾਂ ਵਾਅਦਾ ਕੀਤਾ ਸੀ ਕਿ ਮੈਂ ਬਹੁਤ ਸਾਰੀਆਂ ਮੰਗਾਂ ਕਿਸਾਨਾਂ ਦੀਆਂ ਜੋ ਹਨ, ਉਹ ਜੋ ਰਿਪੋਰਟ ਸੀ ਨਾਥਨ ਜੀ ਕੀ, ਕਿ ਮੈਂ ਲਾਗੂ ਕਰਾਂਗਾ। ਸੋ ਗੁਰਬਾਣੀ ਕਹਿੰਦੀ ਹੈ ਬਚਨ ਕਰੇ ਤੇ ਖਿਸਕ ਜਾਏ ਸੋਈ ਨਰ ਕੱਚਾ। ਸੋ ਇਹ ਕੱਚਾ ਹੈ ਆਦਮੀ ਜਿਸਨੇ ਪ੍ਰਧਾਨ ਮੰਤਰੀ ਨੇ ਵਾਅਦਾ ਕੀਤਾ ਪਬਲਿਕ ਦੇ ਵਿੱਚ। ਪਬਲਿਕ ਰੱਬ ਰੂਪ ਹੁੰਦੀ ਹੈ। ਜਦੋਂ ਕਿਤੇ ਵੀ ਤੁਸੀਂ ਪਬਲਿਕ ਦੇ ਵਿੱਚ ਗੱਲ ਕਰਦੇ ਹੋ, ਬਚਨ ਕਰਦੇ ਹੋ ਤਾਂ ਜੈ ਕਿਸਾਨ ਜਿੰਦਾਬਾਦ, ਜਿੰਦਾਬਾਦ, ਜੈ ਕਿਸਾਨ, ਜੈ ਕਿਸਾਨ। ਇਹ ਤਾਂ ਹੁੰਦਾ ਦੇਖਿਆ ਹੈ ਕਿ ਕਦੀ ਸਟੀਲ ਕਿਸੇ ਵਪਾਰੀ ਨੇ ਸਾਰਾ ਖਰੀਦ ਲਿਆ ਤੇ ਉਹ ਮਹਿੰਗਾ ਹੋ ਜਾਂਦਾ। ਮੈਂ ਜੁੱਤਿਆਂ ਦਾ ਕਾਰੋਬਾਰ ਕਰਦਾ। ਇੱਕ ਵਾਰੀ ਚਾਈਨਾ ਨੇ ਸਾਰੀ ਦੁਨੀਆ ਵਿੱਚੋਂ ਕੱਚਾ ਚਮੜਾ ਖਰੀਦ ਲਿਆ ਤੇ ਉਹ 2-2 ਗੁਣਾ ਕੀਮਤ ਹੋ ਗਈ। ਪਰ ਕਦੀ ਇਹ ਨਹੀਂ ਸੀ ਸੁਣਿਆ ਕਿ ਕਦੀ ਕੋਈ ਅੰਨ ਵੀ ਇਸ ਤਰ੍ਹਾਂ ਕਿਸੇ ਨੂੰ ਅਧਿਕਾਰ ਦਿੱਤੇ ਜਾਣਗੇ ਕਿ ਅੰਨ ਨੂੰ ਤੂੰ ਇੱਕ ਬੰਦਾ ਹੀ ਖਰੀਦ ਲਵੇ ਜਾਂ 2 ਬੰਦੇ ਖਰੀਦ ਲੈ। यही काम करना चाह रहा है क्योंकि जो बहुत गलत काम हो रहा है जेड़ा इन्होंने वो कानून बनाए। अन्न का जो ये काम करने जा रहा है, ये चाय बनाने वाला था, इसने ये चाय बनाने वाला नहीं था, ये चाय बेचने वाला था। आज भारत देश के लोगों ने इसको गरीब मान करके ये सोच करके, गरीबों ही सोचेगा, इसको भारत देश का प्रधानमंत्री बना दिया। पहले ये चाय बेचता था,
अब ये देश को बेचना शुरू कर दिया। रेलवे इसने बेच दी, हवाई जहाज इसने बेच दिए, एयरपोर्ट इसने बेच दी, BSNL इसने बेच दी, जो तेल का हमारे डिपो थे वो इसने बेच दिए। अब किसान बचा था और किसान का बेटा बचा था और किसान की धरती माता बची थी, उसको भी बेचने का काम किसान और किसान के बेटे की जमीन को बेचने का काम कर रहा है। ये संपूर्ण देश को बेच देगा। अगर किसान कि ये डिमांड पूरी नहीं हुई तो वो दिन दूर नहीं है, किसान के पास रहने के लिए भी ज़मीन नहीं मिलेगी। क्योंकि ये जैसे जिस तरह व्यापारी करते हैं, ये सारा अनाज उठा करके 5 रुपये किलो 10 रुपये किलो सारा अनाज उठा करके यही व्यापारी इस अनाज को 100 रुपये 200 रुपये किलो हमारे को ही बेचेगा, भूखा मार देगा देश को। सर भगवान से मैं दुआ करता हूँ, हे भगवान इस भ्रष्ट, इस काली जीभ वाले, इस दिल के पापी नरेंद्र मोदी को शुद्ध बुद्धि दे, ताकि किसान कमेरा वर्ग की उन्नति और तरक्की हो सके। तो बहुत बहुत धन्यवाद, ਤੁਸੀਂ ਆਪਣੇ ਦਿਲ ਦੀਆਂ ਗੱਲਾਂ ਸਾਂਝੀਆਂ ਕੀਤੀਆਂ ਨੇ। ਸੋ बहुत बहुत धन्यवाद। महाराज ਤੁਹਾਨੂੰ जल्दी तो जल्दी सफलता दें। बहुत ही इम्पोर्टेंट बात है भाई साहब, हमारे पास हो इनके पास हो भाई साहब के कोई मेडल वापस करता है, सारी जिंदगी क्यों आई है। जो नेशनल अवार्ड है तुमको तो ज़्यादा मालूम है भी कितने नेशनल अवार्ड वापस कर दिए। 2 महीने से रेल की पटड़ी के ऊपर पंजाब का किसान बैठा, किसी ने पत्थर का रोड़ा नहीं उठाया, पटड़ी की तो फाड़ थी दूर की बात है। 2 महीने में क्या सरकार को पता नहीं चला? उनको बुलाया, उनसे किसी जुम्मेवार व्यक्ति से बात भी ना की, बार बार दलील किया। दलील करने के बाद इसलिए करके इधर को मुंह करना पड़ा। धन्यवाद इनका हरियाणा का, जो अब तक लड़ाते रहे भाई भाई को। कभी ये आतंकवादी है, कभी बखवादी है, कभी उग्रवादी है। ये इसके आतंकवाद के नाम पे हमारे पंजाब में देखिए घर के 3-3 बेटे मार दिए, बुढ़े रो रहे हैं ऐसे। घर के घर खाली कर दिया। जिलों का आतंकवाद से कोई दूर का रहता था, कोई जीरी झाड़ रहा था, कोई मुंजी झाड़ रहा था, कोई नियार काट रहा था, उसको उठा के मार दिया। भाई भैया 1 स्टार है 2 लग जाएंगे, 2 के 3 बन जाएंगे। हमारे नहीं, गैरों के नहीं, पाकिस्तान से नहीं आए हुए थे, कहीं अमेरिका से नहीं आए होते, हमारे भाई हमारे से मरवा दिए। अब भी ये यही चाहती थी। मैं तो धन्यवाद करता हूँ, कोई कुछ हो, काली हो, कांग्रेस, इसका मतलब यही थी भी रेल की पटड़ी के ऊपर किसान बैठे हैं। जैसे प्रकाश सिंह बादल ने गोली चलाया था, कैप्टन अमरिंदर सिंह ने क्यों नहीं चलाया? इस करके राष्ट्रपति कैप्टन साहब को नहीं मिला। हम कोई अकाली कांग्रेस ही नहीं है, हम सबसे पहले किसान हैं। धन्यवाद। सत श्री अकाल।